आ जाओ भैने, कोई ना आ जाओ, तुम एक मिनट आ जाओ, एक मिनट। वाहिगुरू जी का खालसा, वाहिगुरू जी की फतेह जी। ਅਸੀਂ ਖੜੇ ਆ, ਬੱਚੇ ਨੂੰ ਵੀ ਲੈ ਆਓ ਅੱਗੇ। ਅਸੀਂ ਖੜੇ ਆ ਜੀ ਬਾਜੜਾ ਪਿੰਡ ਆ, ਲੁਧਿਆਣਾ ਜ਼ਿਲ੍ਹਾ, ਰਾਹੋਂ ਰੋਡ ਵਾਲੀ ਸਾਈਡ। ਬਾਜੜੇ ਪਿੰਡ ਦੇ ਵਿੱਚ ਕਿਉਂਕਿ ਪਿਛਲੇ ਕਰੀਬ 30-35 ਸਾਲਾਂ ਤੋਂ ਸ਼ਹਿਰ ਵਸ ਗਿਆ, ਸ਼ਹਿਰ ਚ ਆ ਗਏ ਪਿੰਡ ਤੇ ਬਸਤੀਆਂ ਬਣ ਗਈਆਂ, ਮੁਹੱਲੇ ਬਣ ਗਏ, ਕਲੋਨੀਆਂ ਬਣ ਗਈਆਂ। ਤਾਂ ਇਹ ਹੈਗੀ ਆ ਬਾਜੜਾ ਕਲੋਨੀ। ਇੱਥੇ ਅਸੀਂ ਖੜੇ ਆ ਅੱਜ। ਇੱਕ ਘਰ ਤੋਂ ਅੰਦਾਜ਼ਾ ਤੁਹਾਨੂੰ ਲੱਗ ਹੀ ਰਿਹਾ ਹੋਣਾ ਵੀ ਇਹ ਪਰਿਵਾਰ ਕਿੱਦਾਂ ਦਾ। ਬਾਥਰੂਮਾਂ ਦੇ ਨਾ ਦਰਵਾਜ਼ੇ ਆ, ਹਨਾ, ਘਰ ਦੇ ਵਿੱਚ ਨਾ ਪਾਣੀ ਵਾਲੀ ਟੈਂਕੀ ਆ, ਕੁਛ ਬਾਲਟੀਆਂ, ਤੇ ਘਰ ਦੇ ਵਿੱਚ ਭਾਂਡੇ ਵੀ ਨਹੀਂ ਬਚੇਗੇ। ਯਾਨੀ ਕਿ ਆ 4 ਭਾਂਡੇ ਜਿਹੜੇ ਪਏ ਆ, ਭੈਣ ਕਹਿੰਦੀ ਇਹ ਵੀ ਪਤਾ ਨਹੀਂ ਕਿਵੇਂ ਬਚ ਗਏ ਜਾਂ ਕਿਵੇਂ ਕਿਤੋਂ ਲੈ ਕੇ ਆਏ ਆ ਸ਼ਾਇਦ ਇਹ, ਕਿਉਂਕਿ ਇਸ ਘਰ ਦੇ ਵਿੱਚ ਇੱਕ ਚਿੱਟਾ ਰੂਪੀ ਦੈਂਤ ਰਹਿੰਦਾ। ਉਹ ਦੈਂਤ ਆ ਜਿਹੜਾ ਉਹਨੇ ਸਾਡਾ ਪੰਜਾਬ ਨਗਲ ਲਿਆ ਚਿੱਟੇ ਦੇ। ਉਸ 6ਵੇਂ ਦਰਿਆ ਦੇ ਵਿੱਚ ਸਾਡੇ ਪੰਜਾਬ ਦੀ ਜਵਾਨੀ ਹੜ ਗਈ ਆ ਬਹੁਤ ਜ਼ਿਆਦਾ। ਬਹੁਤ ਨੌਜਵਾਨ ਹਰ ਰੋਜ਼ ਮਰਦੇ ਨੇ ਚਿੱਟੇ ਕਰਕੇ। ਪਰਿਵਾਰ ਇਸ ਕਰਕੇ ਚੁੱਪ ਹੋ ਜਾਂਦਾ ਵੀ ਨਮੋਸ਼ੀ ਦੇ ਕਾਰਨ ਵੀ ਬੇਇੱਜ਼ਤੀ ਹੋਊ, ਕੁੜੀਆਂ ਵਿਆਹੁਣੀਆਂ, ਮੁੰਡੇ ਵਿਆਹੁਣੇ ਆ, ਬਦਨਾਮੀ ਹੋ ਜੂ। ਸਮਾਜ ਇਸ ਕਰਕੇ ਚੁੱਪ ਹੋ ਜਾਂਦਾ ਕਿਉਂਕਿ ਉਹਦੇ ਆਪਦੇ ਘਰ ਦੇ ਵਿੱਚ ਵੀ ਕੋਈ ਨਾ ਕੋਈ ਬੈਠਾ ਹੈ ਕਿੱਦਾਂ ਦਾ ਵੀ ਕੱਲ ਨੂੰ ਸਾਡੇ ਪੁੱਤ ਨਾਲ ਵੀ ਇਦਾਂ ਹੋ ਸਕਦੀ ਆ। ਤੇ ਪੰਜਾਬ ਇਸ ਕਰਕੇ ਚੁੱਪ ਆ ਵੀ ਪੰਜਾਬ ਨੂੰ ਪੁੱਛਦਾ ਹੀ ਕੋਈ ਨਹੀਂ ਇਸ ਟਾਈਮ ਹਾਲਾਤ ਇਦਾਂ ਦੇ ਬਣੇ ਆ। ਜਿੰਨਾ ਝੂਠ ਬੋਲ ਲਈਏ ਸਾਡੀਆਂ ਲੀਡਰਾਂ, ਸਰਕਾਰਾਂ, ਪਾਰਟੀਆਂ ਵੱਲੋਂ ਉਨਾ ਹੀ ਘੱਟ ਆ। ਜਿਹੜੇ ਰੂਲਿੰਗ ਪਾਰਟੀ 'ਚ ਆ ਉਹ ਕਹਿੰਦੇ ਜਿੰਨਾ ਘੈਂਟ ਹੋਣਾ ਪੰਜਾਬ, ਜਿੰਨੀ ਤਰੱਕੀ ਹੁਣ ਕੀਤੀ ਆ ਸੂਬੇ ਨੇ ਕਦੇ ਕਿਸੇ ਨੇ ਕਰਾਈ ਹੋਈ ਨਹੀਂ। ਤੇ ਜਿਹੜੇ ਪਹਿਲਾਂ ਲੁੱਟ ਕੇ ਤੁਰ ਗਏ ਉਹ ਕਹਿੰਦੇ ਜੋ ਅਸੀਂ ਕਰਤਾ ਉਹ ਕੋਈ ਕਰ ਹੀ ਨਹੀਂ ਸਕਦਾ। ਤੇ ਜਿਹੜੇ ਆਉਣ ਨੂੰ ਤਿਆਰ ਬੈਠੇ ਆ ਉਹ ਕਹਿੰਦੇ ਅਸੀਂ ਤੁਹਾਨੂੰ ਸਾਰਾ ਕੁਝ ਹੀ ਫ੍ਰੀ ਦੇਵਾਂਗੇ, ਤੁਸੀਂ ਸਾਨੂੰ ਵੋਟ ਪਾ ਦਿਓ ਇੱਕ ਵਾਰੀ, ਅਸੀਂ ਤੁਹਾਨੂੰ ਸਾਰਾ ਕੁਝ ਹੀ ਫ੍ਰੀ ਦੇ ਦਾਂਗੇ। ਤੇ ਭਰਾਵੋ ਸਾਨੂੰ ਫ੍ਰੀ ਕੁਝ ਵੀ ਨਹੀਂ ਚਾਹੀਦਾ, ਸਾਨੂੰ ਉਹ ਪੁਰਾਣਾ ਪੰਜਾਬ ਹੀ ਮੋੜ ਦਿਓ ਸਾਨੂੰ ਸਾਡਾ ਉਹ ਸਮਾਜ ਹੀ ਮੋੜ ਦਿਓ ਜਿਹੜਾ ਦੁੱਖ ਦਰਦ 'ਚ ਖੜਦਾ ਸੀ ਨਾਲ, ਜਿਹੜਾ ਆਵਾਜ਼ ਚੱਕਦਾ ਸੀ, ਮਾੜੇ ਦਾ ਹਾਮੀ ਸੀ, ਗਰੀਬ ਤੇ ਗਊ ਦੀ ਰੱਖਿਆ ਲਈ ਲੜਦਾ ਸੀ, ਮਰਦਾ ਸੀ। ਤੇ ਸਾਡਾ ਉਹ ਨੌਜਵਾਨ ਹੀ ਮੋੜ ਦਿਓ ਜਿਹੜਾ ਚਿੱਟੇ ਨੇ ਖਤਮ ਕਰਤਾ। ਚਿੱਟੇ ਨੇ ਉਹਨਾਂ ਦੀਆਂ ਨਸਾਂ ਦੇ ਵਿੱਚ ਏਡੇ ਏਡੇ ਹੋਲ ਕਰਤੇ, ਐਡੀਆਂ ਐਡੀਆਂ ਗੰਢਾਂ ਬਣ ਗਈਆਂ, ਸਰੀਰ ਦੇ ਵਿੱਚ ਖੂਨ ਵਾਲੀਆਂ ਨਾੜਾਂ ਸੁੱਕ ਗਈਆਂ। ਘਰ ਦੇ ਭਾਂਡੇ ਵੇਚਤੇ ਉਹਨਾਂ ਮਿਹਨਤਕਸ਼ ਨੌਜਵਾਨਾਂ ਨੇ। ਘਰ ਦੀਆਂ ਉਹ ਹਰ ਜ਼ਰੂਰਤ ਵਾਲੀਆਂ ਚੀਜ਼ਾਂ ਵੇਚਤੀਆਂ ਉਸ ਨੌਜਵਾਨ ਨੇ ਜਿਹੜਾ ਪਹਿਲਾਂ ਉਹਨੂੰ ਬਣਾਉਂਦਾ ਸੀ, ਉਸ ਸਮਾਨ ਨੂੰ ਜੋੜਦਾ ਸੀ, ਉਸ ਘਰ ਨੂੰ ਸੰਜੋਂਦਾ ਸੀ। ਉਹਦੇ ਸੁਪਨੇ ਸੀ ਮੈਂ ਘਰ ਬਣਾਉਂਗਾ, ਬੱਚੇ ਹੋਣਗੇ, ਮੇਰੇ ਭੈਣ ਭਰਾ ਰਹਿਣਗੇ। ਉਸੇ ਘਰ ਦੀਆਂ ਛੱਤਾਂ ਤੱਕ ਦੇੜ ਕੇ ਵੇਚ ਦਿੰਦੇ ਨੇ। ਉਹ ਭਾਂਡੇ ਜਿਹੜੀ ਪਿਓ ਦਾਦਿਆਂ ਦੀ ਯਾਦ ਕਰਾਉਂਦੇ ਸੀ ਪੁਰਾਣੇ, ਉਹ ਵੀ ਵੇਚ ਦਿੰਦੇ ਨੇ। ਅੱਜ ਇਸ ਤਰ੍ਹਾਂ ਦੇ ਇੱਕ ਘਰ 'ਚ ਆਏ ਹਾਂ ਅਸੀਂ ਲੁਧਿਆਣੇ ਖੜੇ ਹਾਂ ਬਾਜੜੇ ਪਿੰਡ ਦੀ ਬਾਜੜਾ ਕਲੋਨੀ 'ਚ। ਮਹਿੰਗਾ ਏਰੀਆ ਪੂਰਾ। ਇੱਥੇ ਰਾਜਕੁਮਾਰ ਨਾਂ ਦਾ ਇੱਕ ਸ਼ਖਸ ਰਹਿੰਦਾ, 3 ਭਰਾ ਵਾ, ਮਜ਼ਦੂਰ ਆ। ਮਜ਼ਦੂਰ ਪੱਲੇਦਾਰੀ ਦਾ ਕੰਮ ਕਰਦਾ ਰਾਜਕੁਮਾਰ। ਚਿੱਟੇ ਦੀ ਲੱਤ ਲੱਗ ਗਈ, ਆਦੀ ਹੋ ਗਿਆ ਚਿੱਟੇ ਦਾ, ਟੀਕੇ ਲਾਉਣ ਲੱਗ ਗਿਆ। ਅੱਜ ਇਸ ਹਾਲਾਤ ਦੇ ਵਿੱਚ ਅੰਦਰ ਪਿਆ। ਤੁਹਾਨੂੰ ਮਿਲਾਉਂਦੇ ਆ, ਇਹ ਉਹਨਾਂ ਦੇ ਭਾਬੀ ਜੀ ਆ, ਪ੍ਰਵੀਨ ਭੈਣ। ਇਹਨਾਂ ਦੇ 2 ਛੋਟੇ ਛੋਟੇ ਬੱਚੇ ਆ, ਤੁਸੀਂ ਦੇਖ ਸਕਦੇ ਹੋ। ਚੱਪਲਾਂ ਬੱਚੇ ਦੇ ਪੈਰ 'ਚ, ਸਿਰ ਤੇ ਟੋਪੀ ਨਹੀਂ। ਤੇ ਘਰ ਦੇ ਵਿੱਚ ਅੰਦਰ ਤੁਸੀਂ ਦੇਖ ਸਕਦੇ ਹੋ ਮੰਜਾ ਬਿਸਤਰਾ ਨਹੀਂ ਹੈਗਾ ਕੋਈ ਵੀ। ਇਸ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕੋਈ ਪੱਖਾ ਨਹੀਂ ਹੈਗਾ ਛੱਤ ਤੇ। ਇਸ ਘਰ 'ਚ ਤੁਸੀਂ ਦੇਖ ਸਕਦੇ ਹੋ ਕੋਈ ਕੁਰਸੀ, ਮੂਹੜਾ, ਕੋਈ ਟੇਬਲ ਨਹੀਂ ਹੈਗਾ। ਇਸ ਘਰ ਦੇ ਵਿੱਚ ਗੈਸ ਚੁੱਲ੍ਹਾ ਨਹੀਂ ਹੈਗਾ। ਇੱਕ ਹੀਟਰ ਤੇ ਉਹ ਵੀ ਤਾਰਾਂ ਲੱਗੀਆਂ ਹੋਣੀਆਂ ਸਿੱਧੀਆਂ, ਭੈਣੇ ਕਿ ਮੀਟਰ ਚੱਲਦਾ? ਸਿੱਧੀਆਂ ਤਾਰਾਂ ਲੱਗੀਆਂ, ਮੀਟਰ ਦੇ ਕਨੈਕਸ਼ਨ ਕੱਟੇ ਗਏ ਆ। ਬਿੱਲ ਦੇਣ ਵਾਲੇ ਬੰਦੇ ਸੀ ਜਿਹੜੇ, ਉਹ ਤਾਂ ਖੁਦ ਆਪ ਇਸ ਹਾਲਾਤ 'ਚ ਪਏ ਨੇ। ਉਹਨਾਂ ਦਾ ਬਿੱਲ ਦਵਾਈਆਂ ਦਾ ਕੋਈ ਦੇਣ ਵਾਲਾ ਨਹੀਂ। ਇਸ ਘਰ ਦੀਆਂ ਇਹਦੇ ਮੰਮੀ ਡੈਡੀ ਦੀ ਫੋਟੋ ਆ। ਇਸ ਘਰ ਦੀ ਮਾਲਕਣ ਸੀ। ਦੇਖੋ ਕਿਸੇ ਟਾਈਮ ਮੱਥੇ ਤੇ ਉੱਤੇ ਟਿੱਕਾ ਤੇ ਸਰਦਾਰ ਬੈਠਾ ਕੋਲੇ, ਬਾਪੂ ਬਜ਼ੁਰਗ, ਮੋਢੇ ਤੇ ਪਰਨਾ, ਪੱਲੇਦਾਰੀ ਦੀ ਨਿਸ਼ਾਨੀ ਆ, ਮਿਹਨਤਕਸ਼ ਮਜ਼ਦੂਰ ਦੀ ਨਿਸ਼ਾਨੀ ਆ ਇਹ ਵੀ ਕਿਸੇ ਟਾਈਮ ਇਸ ਘਰ ਦੇ ਵਿੱਚ ਵੀ ਇਹ ਮਿਹਨਤ ਕਰਨ ਵਾਲੇ ਬੰਦੇ ਦੇ 3 ਪੁੱਤ ਸੀ। ਲੋਹੜੀਆਂ ਮਨਾਈਆਂ, ਸਿਹਰੇ ਵੱਜੇ ਹੋਣੇ ਆ, ਖੁਸਰੇ ਨੱਚੇ ਹੋਣੇ ਇਸ ਘਰ 'ਚ ਵੀ। ਇਸ ਘਰ ਦੀ ਮਾਲਕਣ
ਜਿਹਦੇ ਮੱਥੇ ਦੇ ਉੱਪਰ ਆਪਣੇ ਆਪ 'ਚ ਹੀ ਬਿਆਨ ਕਰਦਾ ਸੋਨੇ ਦਾ ਟਿੱਕਾ ਲੱਗਿਆ ਹੋਇਆ ਜਿਹੜਾ। ਪਰ ਵਕਤ ਦੀ ਇਹੋ ਜਿਹੀ ਚਾਲ ਚੱਲੀ, ਜਿਹੜੇ ਸ਼ੇਰੂਆਂ ਵਰਗੇ ਪੁੱਤ ਸੀ ਨਾ, ਅੱਜ ਉਹ ਮਿੱਟੀ 'ਚ ਰੁਲ ਗਏ। ਇਹ ਘਰ ਦੀਆਂ ਲੀਡਰਾਂ ਦੀਆਂ ਜਿਹੜੀਆਂ ਫੋਟੋਆਂ ਦੇ ਉੱਪਰ ਸੌਂਦਾ ਇਹ ਪਰਿਵਾਰ, ਆ ਕੋਈ ਗੱਦਾ ਕਿਸੇ ਨੇ ਪਤਲਾ ਜਿਹਾ ਦੇਤਾ ਜਾਂ ਕੁਛ ਥੋੜੇ ਜਿਹੇ ਕੱਪੜੇ ਪਏ ਆ, ਜਾਣੀ ਕਿ ਵਿਕਣ ਵਾਸਤੇ ਵੀ ਇਸ ਘਰ 'ਚ ਕੁਛ ਨਹੀਂ ਰਿਹਾ ਜਿਹੜਾ ਵੇਚਿਆ ਜਾ ਸਕਦਾ ਸੀ। ਕੁਝ ਵੀ ਨਹੀਂ ਰਿਹਾ ਇਸ ਘਰ 'ਚ। ਤੇ ਇਸ ਘਰ ਦੇ ਵਿੱਚ ਇੱਕ ਉਹ ਇਨਸਾਨ ਪਿਆ ਜਿਹਨੇ ਇਕੱਲੇ ਨਹੀਂ ਇਸ ਘਰ ਦੀਆਂ ਸਾਰੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਖਤਮ ਕਰਤੀਆਂ। ਖੁਦ ਆਪ ਵੀ ਚੰਗਾ ਕਾਰੀਗਰ ਸੀਗਾ, ਚੰਗਾ ਮਜ਼ਦੂਰ ਸੀ, ਚੰਗਾ ਮਿਹਨਤ ਕਰਨ ਵਾਲਾ ਇਨਸਾਨ ਸੀਗਾ। ਪਰ ਅੱਜ ਇਸ ਖੋਲੇ ਦੇ ਵਿੱਚ ਆ ਤਰਪਾਲਾਂ ਪੱਲੀਆਂ ਦੇ ਨਾਲ ਬੰਨੇ ਹੋਏ ਇਸ ਕਮਰੇ ਦੇ ਵਿੱਚ ਇੱਕ ਖੂੰਜੇ 'ਚ ਪਿਆ ਰਾਜਕੁਮਾਰ। ਜਦੋਂ ਅਸੀਂ ਅੰਦਰ ਬੜੇ ਸਾਨੂੰ ਦਿਖਿਆ ਨਹੀਂ, ਇਹਦਾ ਮੂੰਹ ਢੱਕਿਆ ਹੋਇਆ ਸੀ, ਪਤਾ ਨਹੀਂ ਲੱਗਿਆ ਵੀ ਇੱਥੇ ਕੋਈ ਇਨਸਾਨ ਵੀ ਪਿਆ ਵਾ। ਅੱਜ ਇੱਥੇ ਕੀਤੀ ਹੋਈ ਥੋੜੀ ਸਫਾਈ ਦੱਸਦੀ ਆ ਵੀ ਇਹ ਘਰ ਦੇ ਵਿੱਚ ਕੁਝ ਲੋਕ ਹੋਰ ਵੀ ਰਹਿੰਦੇ ਆ। ਇੰਨੀ ਸਮੈਲ ਆਉਂਦੀ ਸੀ, ਇੰਨੀ ਸਮੈਲ ਹੁਣ ਵੀ ਆ ਰਹੀ ਆ। ਲੈਟਰੀਨ ਬਾਥਰੂਮ ਵਿੱਚੇ ਹੀ ਹੋ ਰਿਹਾ, ਪਤਾ ਨਹੀਂ ਲੱਗ ਰਿਹਾ। ਸਫਾਈ ਕਰਨ ਵਾਸਤੇ ਕੋਈ ਪਿੱਛੇ ਬੰਦਾ ਨਹੀਂ ਹੈਗਾ। ਇਹਦਾ ਭਰਾ ਵਾ ਜਿਹੜਾ ਦਿਹਾੜੀ ਤੇ ਗਿਆ ਹੋਇਆ ਇਸ ਟਾਈਮ, ਦਿਹਾੜੀ ਕਰਕੇ ਆਪਣੇ ਬੱਚੇ ਵੀ ਪਾਲ ਰਿਹਾ, ਨਿੱਕੇ ਨਿੱਕੇ। ਆ ਬੱਚਿਆਂ ਨੂੰ ਬੁਲਾਇਓ ਪੁੱਤ। ਇਹ ਰਾਜਕੁਮਾਰ ਤੇਰੇ ਸਤਿ ਸ੍ਰੀ ਅਕਾਲ, ਕਿਵੇਂ ਆ? ਕੀ ਹਾਲ ਆ ਤੇਰੇ? ਕੀ ਹੋਇਆ ਤੈਨੂੰ? ਐ ਕਿਉਂ ਪਿਆ ਬਾਈ? ਕਿੰਨਾ ਟਾਈਮ ਹੋ ਗਿਆ ਏਦਾਂ ਪਏ ਨੂੰ? 2 ਮਹੀਨੇ ਹੋ ਗਏ। ਆ ਬੱਚਾ ਹੈਰੀ ਪੁੱਤ ਕੌਣ ਹੈ ਇਹ? ਕੌਣ ਨੇ? ਹੈ ਕੌਣ ਹੈ? ਕੌਣ ਹੈ? ਅੰਕਲ ਆ? ਕੀ ਹੈ? ਚਾਚਾ? ਚਾਚਾ ਤੇਰਾ? ਆ ਨਿੱਕੇ ਨਿੱਕੇ ਬੱਚੇ ਯਾਰ ਇਸ ਘਰ 'ਚ। ਤੂੰ ਭਾਂਡੇ ਤੱਕ ਸਾਰਾ ਕੁਝ ਹੀ ਖਤਮ ਕਰਤਾ ਘਰ ਦਾ ਯਾਰ, ਵੇਚ ਵੇਚ ਕੇ। ਅੱਜ ਅਫਸੋਸ ਹੈ ਇਸ ਥਾਂ ਤੇ ਪਿਆ। ਸੋਚਦਾ, ਸ਼ਰਮ ਮੰਨਦਾ ਇਸ ਗੱਲ ਦੀ ਵੀ ਤੂੰ ਕੀ ਕੀਤਾ ਯਾਰ? ਕਿਵੇਂ ਲੱਗ ਗਿਆ ਤੂੰ ਚਿੱਟੇ ਦਾ? ਯਾਰ ਇਹ ਤਾਂ ਨਸ਼ੇ ਅਮੀਰਾਂ ਦੇ ਆ ਯਾਰ, ਤੂੰ ਗਰੀਬ ਬੰਦਾ, ਪੱਲੇਦਾਰ ਬੰਦਾ, ਟੀਕਿਆਂ ਤੇ ਕਿਵੇਂ ਲੱਗ ਗਿਆ ਨਸ਼ੇ ਤੇ? ਚਿੱਟਾ ਤਾਂ ਬਾਈ ਰੋਜ਼ ਦਾ 5-6 ਹਜ਼ਾਰ ਦਾ ਚਿੱਟਾ ਕਿੱਥੋਂ ਲਾਉਂਦਾ ਸੀ ਤੂੰ? ਵੇਚ ਵੇਚ ਕੇ ਸਮਾਨ। ਇੱਕ ਹੋਰ ਬੱਚਾ ਵਾ ਇੱਥੇ ਛੋਟਾ ਜਿਹਾ, ਹਨਾ, ਭੈਣ ਦੇ 2 ਬੇਟੇ ਆ, ਯਾਨੀ ਕਿ ਭਤੀਜੇ ਆ ਰਾਜਕੁਮਾਰ ਦੇ। ਇਹ ਚਾਚੇ ਵੱਲ ਦੇਖਦੇ ਹੋਣੇ ਆ, ਇਹ ਤੱਕਦੇ ਹੋਣੇ ਆ ਵੀ ਸਾਡਾ ਚਾਚਾ ਆਊਗਾ ਕੁਝ ਖਾਣ ਨੂੰ ਲਿਆਊਗਾ, ਹਨਾ। ਨਿੱਕੇ ਨਿੱਕੇ ਬੱਚਿਆਂ ਦਾ ਚਾਚੇ ਨਾਲ ਭਤੀਜਿਆਂ ਦਾ ਬੜਾ ਪਿਆਰ ਰਿਹਾ। ਅਸੀਂ ਵੀ ਛੋਟੇ ਛੋਟੇ ਹੁੰਦੇ ਆਪਣੇ ਵੱਡੇ ਭਰਾਵਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਸਾਈਕਲ ਤੇ ਬਿਠਾ ਕੇ ਝੂਟਾ ਦੇਣਾ, ਕੁਝ ਖਵਾਉਣਾ, ਹੱਟੀ ਲੈ ਜਾਣਾ। ਅੱਜ ਆ ਹੁਣ ਅਸੀਂ ਆ ਕੇ ਆਹ ਬੱਚਿਆਂ ਨੂੰ ਲੇਜ ਲਿਆ ਕੇ ਦਿੱਤੇ ਆ, ਜਾਣੀ ਕਿ ਇਹਦੇ ਕੰਨ ਠਰੇ ਪਏ ਆ ਠੰਡ ਦੇ ਨਾਲ, ਪੈਰ ਇਹਦੇ ਠੰਡ ਮੰਨਣੋਂ ਹੀ ਹਟ ਗਏ। ਹੱਥ ਇਹਦੇ ਜਿਹੜੇ ਦਸਤਾਨਿਆਂ ਦੇ ਵਿੱਚ ਹੋਣੇ ਚਾਹੀਦੇ ਸੀ, ਯਕੀਨ ਮੰਨਿਓ ਮੇਰੇ ਗਲਵਜ਼ ਪਾਇਆ ਹੋਇਆ, ਬਰਫ਼ 'ਚ ਲੱਗੇ ਪਏ ਆ ਹੈਰੀ ਦੇ ਹੱਥ। ਇਹਦਾ ਪੂਰਾ ਨਾਂ ਕੀ ਬਣੇ? ਹੈਰੀ। ਜਿਵੇਂ ਰਾਜਕੁਮਾਰ ਦਾ ਭਤੀਜਾ ਹੈਰੀ ਕੁਮਾਰ। ਤੇ ਇਹਨਾਂ ਦਾ ਭਵਿੱਖ ਕੀ ਆ ਬਾਈ? ਇਹ ਕੀ ਭਵਿੱਖ ਤੈਅ ਕਰਨਗੇ? ਅੱਜ ਦਾ ਜਿਹੜਾ ਸਾਡਾ ਹੁਣ ਵੋਟ ਤੰਤਰ ਆ, ਵੋਟਾਂ ਝੂਠ ਬੋਲੇ ਜਾ ਰਹੇ ਆ, ਇਹ ਆਉਣ ਵਾਲੇ 5 ਸਾਲਾਂ ਵਾਸਤੇ ਆ। ਇਹਨੇ ਜਦ ਤੱਕ 2 ਸਾਲ ਦਾ ਹੋ ਗਿਆ ਜੀ ਹੁਣ, ਤਾਂ ਇਹਨੇ 7 ਸਾਲਾਂ ਦਾ ਹੋ ਜਾਣਾ। ਅਗਲੀ ਵਾਰੀ ਫੇਰ ਸਾਨੂੰ ਝੂਠ ਬੋਲ ਕੇ 5 ਸਾਲ ਹੋਰ, ਫਿਰ ਇਹਨੇ 12 ਸਾਲਾਂ ਦਾ ਹੋ ਜਾਣਾ, 12-13 ਸਾਲਾਂ ਦਾ। ਤੇ 12-13 ਸਾਲਾਂ ਦੀ ਉਮਰ ਦੇ ਵਿੱਚ ਇਹਦੀ ਸੋਚ ਤੇ ਸਮਝ ਇਹਨੂੰ ਦੱਸੂਗੀ ਵੀ ਇਹ ਕੀ ਬਣੂਗਾ ਵੱਡਾ ਹੋ ਕੇ, ਹਨਾ। ਤੇਰਾ ਕੀ ਨਾਂ ਪੁੱਤ? ਲਕਸ਼ਦੀਪ। ਲਕਸ਼ਦੀਪ ਦੀ ਜ਼ਿੰਦਗੀ ਦਾ ਕੀ ਲਕਸ਼ ਆ? ਕਿੰਨਾ ਸੋਹਣਾ ਨਾਂ ਰੱਖਿਆ ਲਕਸ਼ਦੀਪ। ਸ਼ਾਇਦ ਇਹਦਾ ਨਾਂ ਰੱਖਣ ਮੌਕੇ ਇਹਦਾ ਚਾਚਾ ਰਾਜਕੁਮਾਰ ਵੀ ਉਦੋਂ ਵਿੱਚ ਸ਼ਾਮਲ ਹੋਊ, ਜਦੋਂ ਇਹਦੀ ਲੋਹੜੀ ਮਨਾਈ ਗਈ ਹੋਊ, ਭਤੀਜਾ ਹੋਇਆ ਹੋਊ, ਇਸ ਘਰ 'ਚ ਵੀ ਜਸ਼ਨ ਮੰਨਿਆ ਹੋਊ। ਪਰ ਅੱਜ ਉਹ ਚਾਚਾ ਹੀ ਇੱਥੇ ਇਸ ਹਾਲਾਤ 'ਚ ਪਿਆ। ਲਕਸ਼ਦੀਪ ਦਾ ਜਦੋਂ ਜਨਮ ਹੋਇਆ ਸੀ, ਰਾਜਕੁਮਾਰ ਕਿੱਥੇ ਸੀ ਤੂੰ? ਅੱਛਾ, ਖਿਡਾਉਂਦਾ ਹੁੰਦਾ ਸੀ ਤੂੰ? ਤੇਰੇ ਨਾਲ ਹੀ ਜਾਂਦਾ ਸੀ, ਇੱਧਰ ਨੂੰ ਜਾਂਦਾ ਸੀ। ਤੇ ਬਾਈ ਜਦੋਂ ਤੂੰ ਇਹਨਾਂ ਦੇ ਸ਼ਕਲਾਂ ਤੈਨੂੰ ਚੇਤੇ ਨਹੀਂ ਆਏ ਜਦੋਂ ਤੂੰ ਟੀਕੇ ਲਾਉਂਦਾ ਸੀ ਯਾਰ? ਜਦੋਂ ਇਸ ਘਰ 'ਚ ਤੂੰ ਭਾਂਡੇ ਚੌਂਕ ਚੱਕ ਕੇ ਵੇਚਦਾ ਸੀਗਾ, ਗੈਸ ਚੁੱਲ੍ਹੇ ਚੱਕ ਕੇ ਵੇਚੇ, ਉਦੋਂ ਤੈਨੂੰ ਜਵਾਕ ਨਜ਼ਰ ਨਹੀਂ ਸੀ ਆਉਂਦੇ ਮੇਰੇ ਭਤੀਜੇ ਕੀ ਖਾਣਗੇ? ਹੈਂ? 2 ਵਾਰੀ ਫਾਂਸੀ ਲਈ
ਲਾ ਨਹੀਂ ਹੋਈ ਬਾਈ। ਮਰਨ ਲਈ ਵੀ ਜ਼ਮੀਰ ਚਾਹੀਦੀ ਹੈ ਬਾਈ। ਤੂੰ ਸੋਚ ਕਿੰਨਾ ਦਰਦ ਹੁੰਦਾ ਉਹ ਜਦੋਂ ਬੰਦਾ ਆਪਦੇ ਆਪ ਨੂੰ ਮਾਰਦਾ ਯਾਰ। ਕਿੱਡਾ ਜਿਗਰਾ ਚਾਹੀਦਾ ਆਪਦੇ ਆਪ ਨੂੰ ਖਤਮ ਕਰਨ ਲਈ ਵੀ ਬਾਈ। ਉਹਦੇ ਹੱਥ 'ਚ ਡੋਰਾਂ, ਉਹ ਤਾਂ ਮਰਨ ਵੀ ਨਹੀਂ ਦਿੰਦਾ ਬਾਈ ਜਿੰਨਾ ਚਿਰ ਜਿਹੜੇ ਤੇਰੇ ਕਰਮ ਆ ਨਾ ਉਹ ਪੂਰੇ ਤੈਨੂੰ ਭੋਗਣੇ ਹੀ ਪੈਣੇ ਆ। ਪਰ ਲਕਸ਼ਦੀਪ ਤੇ ਹੈਰੀ ਦੇ ਭਵਿੱਖ ਬਾਰੇ ਸੋਚਿਓ ਸਾਡੇ ਲੀਡਰੋ। ਸਾਡੇ ਸਾਰੇ ਲੀਡਰਾਂ ਨੂੰ ਬੇਨਤੀ ਆ ਜਿਹੜੇ ਸਾਰੇ ਕੰਮ ਕਰ ਲੈਂਦੇ ਨੇ ਉਹਨਾਂ ਨੂੰ ਇਸ ਟਾਈਮ ਆਏ ਰਾਮ ਗਏ ਰਾਮ ਚੱਲ ਰਿਹਾ ਵੀ ਉਧਰ ਚਲਾ ਗਿਆ ਕੋਈ ਇੱਧਰ ਚਲਾ ਗਿਆ। ਟਪੂਸੀਆਂ ਮਾਰਦੇ ਫਿਰਦੇ ਨੇ ਡੱਡੂ ਵਾਂਗੂ। ਉਹ ਛੱਪੜ ਚੋਂ ਉਹ ਠੱਪੜ ਚ, ਉਹ ਛੱਪੜ ਚੋਂ ਉਸ ਛੱਪੜ ਚ। ਪਰ ਇਹਨਾਂ ਬਾਰੇ ਕੋਈ ਨਹੀਂ ਪੁੱਛਦਾ। ਇਹਨਾਂ ਦੀ ਮੁੱਦਾ ਹੀ ਨਹੀਂ। ਪਿਛਲੀ ਵਾਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾ ਲਈ ਵੀ ਅਸੀਂ ਕਰਾਂਗੇ ਨਸ਼ਾ ਮੁਕਤ ਪੰਜਾਬ। ਆ ਪਿਆ ਨਸ਼ਾ ਮੁਕਤ ਪੰਜਾਬ। ਇਸ ਵਾਰ ਫੇਰ ਕਹਿ ਰਹੇ ਆ ਅਸੀਂ ਕਰਾਂਗੇ ਨਸ਼ਾ ਮੁਕਤ ਪੰਜਾਬ। ਜਿੰਨੇ ਸ਼ਹਿਰ 'ਚੋਂ ਨਿਕਲ ਕੇ ਆਏ ਆ ਬੋਰਡ ਲੱਗੇ ਹੋਏ ਨੇ, ਨਵਾਂ ਪੰਜਾਬ, ਨਵੀਂ ਉਮੀਦ, ਫਲਾਨੀ ਪਾਰਟੀ, ਮਸਲਿਆਂ ਨੂੰ ਹੱਲ ਕਰਨ ਵਾਲੀ ਪਾਰਟੀ। ਇੱਕ ਵਾਰ ਫਲਾਨੇ ਦੇ ਨਾਲ ਵੀ ਸਾਨੂੰ ਇੱਕ ਵਾਰੀ ਮੌਕਾ ਦੇ ਕੇ ਦੇਖੋ ਭਰਾਵੋ। ਬੜੇ ਮੌਕੇ ਦੇ ਲਏ ਯਾਰ। 70-75 ਸਾਲ ਹੋ ਗਏ। ਆਹ ਬਾਈ ਦੀ ਗੱਲ ਸੁਣਦੇ ਆ, ਤੁਹਾਡੇ ਨਾਲ ਵੀ ਕੁਝ ਸਾਂਝੀਆਂ ਕਰਾਂਗੇ। ਰਾਜਕੁਮਾਰ ਦੇਖ, ਮੈਂ ਤੈਨੂੰ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਸਾਡਾ ਮਕਸਦ ਆ ਅੱਜ ਤੈਨੂੰ ਦੇਖ ਕੇ ਸ਼ਾਇਦ ਕੋਈ ਹੋਰ ਰਾਜਕੁਮਾਰ ਬਚ ਜਾਵੇ ਬਾਈ। ਰਾਜਕੁਮਾਰ ਦੇ ਸਿਰਹਾਣੇ ਤੁਸੀਂ ਦੇਖ ਸਕਦੇ ਹੋ ਕਿੰਨੂ ਦਾ ਛਿੱਲਿਆ ਹੋਇਆ ਇੱਕ ਫਲ ਪਿਆ ਜਿਹੜਾ ਖਾਦਾ ਵੀ ਨਹੀਂ ਗਿਆ। ਕੌਲੀਆਂ ਗਿਲਾਸ ਭਾਂਡੇ ਪਏ ਨੇ, ਲੈਟਰੀਨ ਨਾਲ ਲਿਬੜਿਆ ਹੋਇਆ ਇਹ ਭੂਰੇ ਦੇ ਵਿੱਚ ਰਾਜਕੁਮਾਰ ਪਿਆ। ਲੈਟਰੀਨ ਬਾਥਰੂਮ ਵੀ ਕੰਟਰੋਲ ਤੋਂ ਬਾਹਰ ਆ। 6 ਦਿਨ ਹੋ ਗਏ ਕੁਝ ਖਾਦਾ ਨਹੀਂ। ਕਿੰਨੇ ਦਿਨ ਹੋ ਗਏ? 6 ਦਿਨ ਹੋ ਗਏ ਰਾਜਕੁਮਾਰ ਨੇ ਕੁਝ ਵੀ ਨਹੀਂ ਖਾਦਾ। ਲੀਵਰ ਖਤਮ ਹੋ ਗਿਆ, ਕਿਡਨੀਆਂ ਵੀ ਖਤਮ ਹੀ ਆਲਮੋਸਟ, ਕਿਉਂਕਿ ਕਿਡਨੀਆਂ ਦੇ ਰਾਹੀਂ ਟਾਇਲਟ ਬਾਥਰੂਮ ਦਾ ਪਤਾ ਲੱਗਣਾ ਉਹ ਪਤਾ ਨਹੀਂ ਲੱਗ ਰਿਹਾ। ਰਾਜਕੁਮਾਰ ਹੱਥ ਕੱਢ ਆਪਦੇ ਬਾਹਰ। ਆਹ ਹੱਥ ਆ ਜੀ ਪੰਜਾਬ ਸਿੰਘ ਤੇਰੇ। ਇਹ ਪੰਜਾਬ ਸਿੰਘ ਦੇ ਹੱਥ ਆ। ਇਹ ਰਾਜਕੁਮਾਰ ਦੀਆਂ ਨਾੜਾਂ ਨੀਲੀਆਂ ਹੋਈਆਂ, ਦੱਸਦੀਆਂ ਵੀ ਇਹਨਾਂ ਤੇ ਕਿੰਨਾ ਤਸ਼ੱਦਦ ਹੋਇਆ ਇਹਨਾਂ ਨਸਾਂ ਦੇ ਉੱਪਰ। ਇਹਨਾਂ ਬਾਹਾਂ ਤੋਂ ਅੰਦਾਜ਼ਾ ਲੱਗਦਾ ਵਾ ਵੀ ਰਾਜਕੁਮਾਰ ਦੀਆਂ ਨੀਲੀਆਂ ਹੋਈਆਂ ਬਾਹਾਂ, ਲੰਬੇ ਲੰਬੇ ਪਏ ਹੋਏ ਕਾਲੇ ਰੰਗ ਦੇ ਨਿਸ਼ਾਨ ਦਰਸਾਉਂਦੇ ਆ। ਆਹ ਕੀ ਲਿਖਿਆ ਹੋਇਆ ਆਰ ਤੇ ਮੂਹਰੇ ਕੀ ਲਿਖਿਆ? ਜੀ ਤੇਰੇ ਘਰ ਵਾਲੇ ਦਾ ਨਾਂ ਸੀ? ਜਾਣੀ ਕਿ ਜੀ ਨਾਲ ਵੀ ਤੂੰ ਰਹਿੰਦਾ ਸੀ, ਉਹਦਾ ਨਾਂ ਸੀ ਕੀ? ਨਾਂ ਸੀ ਉਹਦਾ? ਛੋਟਾ ਨਾਂ ਕੀ ਹੈ? ਜੀ ਲਿਖਿਆ ਨੇ ਹੈ? ਅਨਪੜ੍ਹ ਆ। ਆਹ ਹੱਥਾਂ ਤੋਂ ਅੰਦਾਜ਼ਾ ਲਾ ਸਕਦੇ ਹੋ। ਟਾਇਲਟ ਨਾਲ ਵੀ ਲਿਬੜੇ ਪਏ ਨੇ, ਉਵੇਂ ਹੀ ਹੱਥ ਪਜਾਮੇ 'ਚ ਮਾਰ ਲੈਂਦਾ। ਲੰਬੇ ਲੰਬੇ ਨਹੁੰਆਂ ਦੇ ਡਿਜ਼ਾਈਨ ਹੀ ਬਦਲ ਗਏ ਆ। ਨਹੁੰ ਵੀ ਬਦਲੋਂ ਹਟ ਗਏ ਆ। ਦੇਖੋ ਨਹੁੰ ਗੋਲ ਹੀ ਹੋ ਗਿਆ ਮੂਹਰਿਓਂ, ਕਿਉਂਕਿ ਖੂਨ ਹੀ ਨਹੀਂ ਬਚਿਆ ਸਰੀਰ 'ਚ। ਨਹੁੰ ਨੂੰ ਬਦਲਣ ਲਈ ਵੀ ਤਾਕਤ ਦੀ ਲੋੜ ਪੈਂਦੀ ਆ। ਦੇਖ ਇੱਧਰ ਵੀ ਟੈਟੂ ਬਣਵਾਇਆ ਕਿਸੇ ਟਾਈਮ ਜਦੋਂ, ਕਿਉਂਕਿ ਚਿੱਟੇ ਵਾਲੇ ਟੈਟੂ ਵੱਲ ਨੂੰ ਬਹੁਤ ਜਾਂਦੇ ਆ। ਆ ਦੇਖੋ ਆਰ ਬਣਵਾਈ ਹੈ। ਉਦੋਂ ਨਸ਼ਾ ਨਹੀਂ ਸੀ ਕਰਦਾ। ਆ ਕੋਮਲ ਕੌਣ ਆ ਹੈ? ਇੱਧਰਲੀ ਬਾਂਹ ਵੀ ਸਾਰੀ ਪ੍रुन्नी ਪਈ ਆ ਜੀ। ਆ ਹੱਡੀਆਂ ਵੀ ਕੱਲੀ ਕੱਲੀ ਆ ਦੇਖਾ, ਹੱਡੀਆਂ ਵੀ ਬਾਹਰ ਦਿਖਦੀਆਂ ਸਾਰੀਆਂ। ਸਰੀਰ ਦੇ ਵਿੱਚ ਆ ਮਾਸ ਦੇ ਨਾਂ ਤੇ ਕੁਝ ਵੀ ਨਹੀਂ ਬਚਿਆ। ਰੋਣਾ ਪਰਨਾ ਆਹ ਲਾਈ ਗਲ ਚੋਂ, ਮਫਲਰ ਲਾਈ ਥੱਲੇ ਲੱਗਦਾ। ਤੇ ਹੱਡੀਆਂ ਦੇ ਉੱਪਰ ਸਿਰਫ ਮਾਸ ਦੀ ਪਤਲੀ ਜੀ ਫੋਲਕ ਜੀ ਬਚ ਗਈ ਆ। ਆਹ ਢਿੱਡ ਜਿਹੜਾ ਪਿਛਲੇ 6 ਦਿਨਾਂ ਤੋਂ ਭੁੱਖਾ, ਉਹ ਛੱਡ ਦੇ ਕੋਈ ਨਾ ਰਾਜਕੁਮਾਰ, ਛੱਡ ਦੇ, ਨੰਗਾ ਨਹੀਂ ਕਰਦਾ ਮੈਂ ਤੈਨੂੰ। ਸਿਰਫ ਦਿਖਾਉਣਾ ਚਾਹੁੰਦੇ ਆ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਟੀਕੇ ਲਾਉਂਦੇ ਨੇ। ਇਸ ਟਾਈਮ ਵੀ ਟੀਕਾ ਲਾਉਂਦੇ ਸਮੇਂ ਸ਼ਾਇਦ ਕੋਈ ਇਸ ਲਾਈਵ ਵੀਡੀਓ ਨੂੰ ਸਾਡੀ ਨੂੰ ਦੇਖ ਰਿਹਾ ਹੋਵੇ। ਭਰਾਵੋ ਆਹ ਵਾ ਤੁਹਾਡਾ ਐਂਡ, ਆਹ ਵਾ ਤੁਹਾਡਾ ਅਖੀਰ। ਕੰਬਦੇ ਹੋਏ ਹੱਥ, ਸਰੀਰ ਦੇ ਵਿੱਚੋਂ ਦਿਖਦੀਆਂ ਹੋਈਆਂ ਹੱਡੀਆਂ, ਧੁੰਨੀ ਲੱਗ ਗਈ ਜਾ ਕੇ ਰੀੜ੍ਹ ਦੀ ਹੱਡੀ ਨਾਲ। ਧੁੰਨੀ ਰੀੜ੍ਹ ਦੀ ਹੱਡੀ ਨਾਲ ਲੱਗੀ ਪਈ ਆ। ਅੱਖਾਂ ਖੋਪੜੀ ਦੇ ਵਿੱਚ ਧਸੀਆਂ ਪਈਆਂ। ਅੱਖ ਦੇ ਥੱਲੇ ਵਾਲੀ ਹੱਡੀ ਆ ਜਿਹੜੀ ਉਹ ਬਾਹਰ ਆ ਰਹੀ ਆ।
ਤੇ ਰਾਜਕੁਮਾਰ ਦੇ ਅੱਖਾਂ ਦੇ ਹੰਝੂ ਵੀ ਸੁੱਕੇ ਪਏ ਆ। ਪੈਰ ਕਰੀ ਨੰਗੇ ਸਤਨਾਮ, ਪੈਰ ਹੀ ਕਰਨੇ ਬਾਈ, ਪੈਰ ਹੀ ਨੰਗੇ। ਆ ਪੈਰ ਆ ਤੁਹਾਡੇ, ਜਿਹੜੇ ਪੈਰਾਂ ਤੇ ਕੋਈ ਨਾ ਚੱਲ ਕੇ ਤੁਸੀਂ ਕਦਮ ਪੱਟ ਕੇ ਜਾਂਦੇ ਸੀ ਉਹਨਾਂ ਥਾਵਾਂ ਤੇ ਜਿੱਥੇ ਚਿੱਟਾ ਮਿਲਦਾ ਸੀ, ਜਿੱਥੇ ਵਿਕਦਾ ਸੀ ਚਿੱਟਾ, ਜਿੱਥੇ ਸਰੰਜਾਂ ਸੂਈਆਂ ਖਰੀਦਦੇ ਸੀ। ਆ ਪੈਰ ਅੱਜ ਚੱਲਣ ਤੋਂ ਵੀ ਜਵਾਬ ਦੇ ਗਿਆ। ਪੈਰਾਂ ਦੀ ਮੈਲ, ਕਾਲੇ ਹੋਏ ਨੌ ਗੋਡਿਆਂ ਤੇ ਹੋਈਆਂ ਫੋੜੇ, ਫੈਂਸੀਆਂ ਤੇ ਟੀਕਿਆਂ ਦੇ ਨਿਸ਼ਾਨ ਦਰਸਾਉਂਦੇ ਐ ਇਸ ਸਰੀਰ ਦੀ ਅਵਸਥਾ ਨੂੰ। ਆ ਬਾਈ ਜੀ ਹੁਣੀ ਦੱਸਦੇ ਸੀ, ਵੀਰੇ ਆਇਓ ਮਾੜਾ ਜਿਹਾ ਅੱਗੇ। ਆ ਬਾਈ ਹੁਣੀ ਗਵਾਂਢੀ ਆ, ਬਾਈ ਕਹਿੰਦੇ ਐਡਾ ਤਕੜਾ ਜੁੱਸਾ ਸੀ, ਇੱਥੇ ਚਾਚਾ ਵੀ ਖੜਾ ਸੀ ਬਾਈ ਦਾ। ਭਰਾ ਹੀ ਆ ਚਾਚੇ ਦਾ। ਚਾਚੇ ਦਾ ਮੁੰਡਾ ਤੁਸੀਂ ਦੱਸਦੇ ਸੀ ਵੀ 1.5 ਕੁਇੰਟਲ ਦੀ ਬੋਰੀ ਚੱਕ ਕੇ ਮਾਰਦਾ, ਕੁਇੰਟਲ ਦੀ ਗੱਠ ਜਿਹੜੀ ਚੱਕ ਕੇ ਰੱਖ ਦਿੰਦਾ ਗੱਡੀ 'ਚ। ਗੱਡੀ 'ਚ ਰੱਖ ਦਿੰਦਾ ਇਕੱਲਾ ਹੀ। ਹਾਂਜੀ ਹਾਂਜੀ ਰਾਜਕੁਮਾਰ ਹੈ। ਹਾਂਜੀ, ਇਹ ਲੇਬਰ ਤਾਂ ਬਹੁਤ ਹੀ ਖਿਡਾਰੀ ਸੀਗਾ, ਬਹੁਤ ਵਧੀਆ ਲੇਬਰ ਕਰਦਾ ਸੀ। ਹਾਂਜੀ, ਕੁਆਂਟਲ ਦੀ ਪੇਟੀ ਚੱਕ ਲੈਂਦੇ ਸੀ ਜੀ। ਅੱਛਾ ਜੀ, ਪੱਲੇਦਾਰੀ ਬਹੁਤ ਵਧੀਆ ਕੰਮ ਕਰਦਾ ਸੀ। ਇਹਦਾ ਚਿੱਟੇ ਨੇ ਲਾ ਕੇ ਰੱਖਦਾ। ਅੰਦਰ ਬਾਈਪਾਸ ਕੰਮ ਕਰਦੇ ਸੀ। ਬਾਈ ਤੁਸੀਂ ਜਦੋਂ ਚਿੱਟੇ ਲੱਗਿਆ ਸੀ, ਜਦੋਂ ਇਹ ਪੂਰੇ ਜੋਸ਼ ਸੀਗਾ, ਚਿੱਟਾ ਵੀ ਤਕੜਾ ਸੀ ਤੇ ਸਰੀਰ ਵੀ ਤਕੜਾ ਸੀ, ਨਹੀਂ ਸੀ ਨਾ, ਮੰਨਦੇ ਨਹੀਂ ਸੀਗੇ, ਮੰਨਦਾ ਨਹੀਂ, ਕੋਈ ਨਹੀਂ ਸੁਣਦੇ ਸੀ। ਸੁਣਦੇ ਨਹੀਂ ਸੀਗੇ ਉਦੋਂ। ਭੈਣੇ ਜਦੋਂ ਘਰ ਦਾ ਸਮਾਨ ਚੱਕ ਚੁੱਕ ਕੇ ਵੇਚਦੇ ਸੀ ਜਾਂ ਕਿਵੇਂ, ਤੁਸੀਂ ਘਰੇ ਹੀ ਹੁੰਦੇ ਸੀ, ਧੱਕੇ ਨਹੀਂ ਲੈ ਜਾਂਦੇ? ਕਿਤੇ ਬਾਹਰ ਚਲ ਜਾਂਦੇ ਦਿਹਾੜੀ ਦੇ ਜਾਂ ਕੰਮ ਕੁੰਮ ਤੇ ਚੱਲ ਜਾਂਦੇ ਸੀ, ਮਗਰੋਂ ਬਾਅਦ 'ਚ ਆਣਾ ਚੱਕ ਕੇ ਲੈ ਜਾਣਾ। ਭਾਂਡੇ ਤੱਕ ਸੀਗੀ, ਕੱਪੜੇ ਧੋਣ ਵਾਲੀ ਅਲਮਾਰੀ ਸੀਗੀ, ਬਹੁਤ ਕੁਝ ਸੀਗਾ ਜੀ। ਸਾਰਾ ਕੁਝ ਹੀ ਲੈ ਗਿਆ। ਇਹ ਭਰਜਾਈ ਆ, ਇਹ ਅੱਜ ਵੀ ਰੋਟੀ ਦਿੰਦੀ ਆ, ਅੱਜ ਵੀ ਉਹਨੂੰ ਵੀਰਾ ਕਹਿੰਦੀ ਆ। ਜਿੰਨਾ ਚਿਰ ਜਨਾਨੀ ਨਾ ਰਿਹਾ, ਘੱਟੋ ਘੱਟ 15 ਸਾਲ ਰਿਹਾ ਬਾਹਰ, ਸਾਰੇ ਪਿੰਡ ਨੂੰ ਪਤਾ ਵਾ ਜੀ। ਠੀਕ ਆ। ਹੁਣ ਜਦੋਂ ਇਹ ਬਿਮਾਰ ਪੈ ਗਿਆ, ਮੰਜੇ ਤੇ ਪੈ ਗਿਆ, ਹੁਣ ਉਹ ਸਾਥ ਛੱਡ ਗਈ ਇਹਦਾ। ਉਹ ਇੱਥੇ ਫਿਰ ਉੱਥੋਂ ਆਪੇ ਆ ਗਿਆ, ਇਹ ਇੱਥੇ ਘਰੇ ਰੁੜਦਾ ਖੁੜਦਾ 5 ਸਾਲ ਹੋ ਗਿਆ ਹੁਣ ਇੱਥੇ ਹੀ ਰਹਿੰਦਾ। ਉਹਨੂੰ ਛੱਡ ਕੇ ਆ ਗਿਆ। ਉਹਨੇ ਦੇਖਣਾ ਬੰਦ ਕਰਦਾ ਇਹਨੂੰ, ਜਦ ਇਹਦੇ ਹਾਲਾਤ ਨੂੰ ਪਤਾ ਲੱਗੇ ਵੀ ਹਾਲਾਤ ਮਾੜੇ ਇਹਦੇ, ਪੈਸੇ ਖਤਮ ਹੋ ਗਏ, ਪੈਸੇ ਨਹੀਂ ਕਮਾਉਣ ਜੋਗਾ, ਸਰੀਰ ਵੀ ਕਮਾਉਣ ਜੋਗਾ ਨਹੀਂ ਰਿਹਾ। ਹਾਂ ਇਸ ਕਰਕੇ ਹੁਣ ਇੱਥੇ ਛੱਡ ਗਿਆ। ਨਹੀਂ ਤਾਂ ਉਹਦੇ ਘਰ ਦੇ ਭਾਂਡੇ ਵੇਚਦਾ ਸੀ ਚੱਕ ਚੱਕ ਕੇ, ਫਿਰ ਉਹਨੇ ਇਧਰ ਨੂੰ ਭੇਜਤਾ, ਫਿਰ ਤੁਹਾਡੇ ਭਾਂਡੇ ਵੇਚੇ। ਬਸ ਸਾਡੇ ਭਾਂਡੇ ਵਿੱਚ ਹੈ। ਸਹੀ ਗੱਲ ਆ ਜੀ। ਆਹ ਘਰ ਆ ਜਿਹੜਾ ਕੁਝ ਬਰਦਾਸ਼ਤ ਕੀਤਾ, ਬਹੁਤ ਕੁਝ ਅਸੀਂ ਘੱਟੋ ਘੱਟ ਕਿਸੇ ਦੇ ਭਾਂਡੇ ਲਿਆ ਕੇ ਹੁਣ ਉਹਨਾਂ ਵਿੱਚ ਰੋਟੀ ਬਣਾਉਂਦੇ। ਵਾਹਿਗੁਰੂ ਵਾਹਿਗੁਰੂ। ਤੁਹਾਡੇ 2 ਬੇਟੇ ਆ, ਹਾਂਜੀ ਆ ਮੁੰਡੇ ਪੜ੍ਹਦੇ ਆ ਸਕੂਲੇ? ਹਾਂਜੀ, ਸਰਕਾਰੀ ਸਕੂਲ ਤੇ ਪੜ੍ਹਦੇ ਆ। ਬਾਈ ਤੁਹਾਡਾ ਕੀ ਨਾਂ? ਮੈਨੂੰ ਬੋਬੀ ਬੋਬੀ ਬਾਈ, ਤੁਹਾਡੀਆਂ ਅੱਖਾਂ ਦੇ ਸਾਹਮਣੇ ਯਾਰ, ਤੁਹਾਡੇ ਪਿੰਡ 'ਚ ਵੀ, ਸਾਰੇ ਪਿੰਡਾਂ 'ਚ ਹੀ ਆ ਬਾਈ, ਹਾਂਜੀ ਮੁੰਡੇ ਮਰਦੇ ਆ ਬਾਈ, ਹਨਾ। ਮਰਦੇ ਤੇ ਤੁਸੀਂ ਕੀ ਦੇਖਦੇ ਆ ਵੀ ਯਾਰ ਇਹ ਸਾਡੇ ਲੀਡਰ ਬਚਾ ਰਹੇ ਆ ਮੁੰਡਿਆਂ ਨੂੰ? ਕੋਈ ਇੰਤਜ਼ਾਮ ਕੀਤੇ ਉਹਨਾਂ ਨੇ ਇਦਾਂ ਦੇ? ਕੋਈ ਇੰਤਜ਼ਾਮ ਨਹੀਂ ਕੀਤਾ ਜੀ। ਬਈ ਜਿਹੜੀ ਇੱਕ ਗੋਲੀ ਦੇਣ ਲੱਗ ਗਏ ਜੀਭ ਥੱਲੇ ਰੱਖਣ ਵਾਲੀ ਸਰਕਾਰ ਹਨਾ ਦਿੰਦੀ ਆ, ਉਹ ਫ੍ਰੀ ਦਿੰਦੀ ਆ ਗੋਲੀ, ਹਨਾ। ਹਾਂਜੀ, ਉਹ ਬਾਈ ਕਿਵੇਂ ਆ ਗੋਲੀ? ਕੀ ਲੱਗਦੀ ਤੈਨੂੰ ਗੋਲੀ? ਉਹ ਨਸ਼ਾ ਛੁਡਾ ਦੂਗੀ ਗੋਲੀ? ਨਹੀਂ ਉਹ ਨਹੀਂ ਛੁਡਾ ਸਕਦੀ ਜੀ। ਉਹ ਤਾਂ ਨਸ਼ਾ, ਉਹਦੇ ਨਾਲ ਨਸ਼ਾ ਫੇਫੜੇ ਜਾਂ ਕਿਡਨੀ ਫੇਲ ਕਰਦੀ ਕਰਦੀ ਆ, ਫੇਲ ਦੌਰੇ ਪੈਣ ਲਾ ਦਿੰਦੀ ਆ। ਦੇਖੋ ਜੀ, ਸਰਕਾਰਾਂ ਹੁੰਦੀਆਂ ਹੱਲ ਦਿੰਦੀਆਂ, ਠੀਕ ਆ। ਚਿੱਟੇ ਤੇ ਲੱਗ ਗਿਆ ਉਹਦੇ ਗੋਲੀ ਖਾ ਕੇ ਜਿਹੜੇ ਜੀਭ ਲੱਗਦੇ ਆ ਬਾਈ, ਉਹ ਤਾਂ ਗੋਲੀ ਲੀਵਰ ਖਤਮ ਕਰ ਦਿੰਦੀ ਆ ਬਾਈ, ਕਿਡਨੀਆਂ ਖਤਮ ਕਰ ਦਿੰਦੀ ਆ, ਦਿਮਾਗ ਤੇ ਦੌਰੇ ਪੈਣ ਲਾ ਦਿੰਦੀ ਆ। ਇੱਕ ਟਰਾਮਾਡੋਲ ਤੇ ਇੱਕ ਬਰੂਪਨ ਜਿਹੜੀ ਗੋਲੀ ਖਾਂਦੇ ਜੀਭ ਥੱਲੇ ਰੱਖਣ ਵਾਲੀ। ਸਰਕਾਰਾਂ ਦੇ ਫਰਜ਼ ਆ ਹੱਲ ਦੇਣਾ। ਹੱਲ ਕੀ ਆ? ਨਸ਼ਾ ਬੰਦ ਕਰਾਉਣਾ ਚਾਹੀਦਾ ਵਾ। ਕੀ ਭੈਣ ਮੇਰੀਏ, ਕਿਤੇ ਹੀ ਬੇਨਤੀ ਕਰਦੇ ਆ ਵੀ ਜਿੱਦਾਂ ਸਾਡਾ ਪਿਆ, ਕਿਸੇ ਦਾ ਪੁੱਤ ਇਦਾਂ ਨਾ ਹੋਵੇ। ਵਾਹਿਗੁਰੂ ਵਾਹਿਗੁਰੂ। ਭੈਣ ਮੇਰੀਏ, ਤੂੰ ਜਿਹੜੇ ਦੁੱਖ ਚੋਂ ਨਿਕਲ ਰਹੀ ਆ ਨਾ, ਅਸੀਂ ਸਮਝਦੇ ਆ ਪੰਜਾਬ ਦੀਆਂ ਬਹੁਤ ਮਾਵਾਂ, ਬਹੁਤ ਭੈਣਾਂ ਇਦਾਂ ਰੋਂਦੀਆਂ ਨੇ। ਬਹੁਤ ਸਾਰੀਆਂ ਭੈਣਾਂ ਆਪਣੇ ਭਰਾਵਾਂ ਨੂੰ ਆਪਣੇ ਤੋਂ ਵੀ ਬਹੁਤ ਜ਼ਿਆਦਾ ਅੱਜ ਤੋਂ ਇਹ ਪਏ ਆ, ਸਾਨੂੰ ਪਤਾ ਸੀ ਕਿੱਦਾਂ ਟਾਈਮ ਪਾਸ ਕਰ ਰਹੇ। ਤੁਸੀਂ ਵੀ ਦਿਹਾੜੀ ਜਾਂਦੇ ਹੋ? ਹਾਂਜੀ, ਕੰਮ ਤੇ ਲੱਗੇ ਜੀ ਅਸੀਂ। ਕੀ ਕੰਮ ਕਰਦੀ ਭੈਣੇ? ਪਿੰਡ ਘਰਾਂ 'ਚ? ਅੱਛਾ, ਫੈਕਟਰੀ 'ਚ ਲੱਗੇ ਆ। ਏਰੀਏ 'ਚ ਬਹੁਤ ਛੋਟੀਆਂ ਛੋਟੀਆਂ ਫੈਕਟਰੀਆਂ ਜੀ, ਘਰਾਂ ਦੇ ਵਿੱਚ ਹੀ ਫੈਕਟਰੀਆਂ ਬਣੀਆਂ ਹੋਈਆਂ। ਉਹਨਾਂ ਫੈਕਟਰੀਆਂ 'ਚ ਫਿਰ ਇਹ ਭੈਣਾਂ ਆਪਣੀ ਰੁਜ਼ਗਾਰ ਲਈ, ਰੋਟੀ ਲਈ ਉੱਥੇ ਨੌਕਰੀ ਕਰਦੇ, ਜੌਬ ਕਰਦੇ ਆ। ਨਿੱਕੇ ਨਿੱਕੇ ਬੱਚਿਆਂ ਨੂੰ ਕਿੰਨਾਂ ਦੇ ਸਹਾਰੇ ਛੱਡ ਕੇ ਜਾਣ। ਘਰ ਦੇ ਵਿੱਚ ਭਾਂਡੇ ਪਿਆਂ ਦੀ ਵੀ ਰਾਖੀ ਕਰਨ, ਘਰ ਦੇ ਮਾਲਕ ਤੋਂ ਵੀ ਰਾਖੀ ਕੀਤੀ ਜਾਵੇ। ਘਰ ਦਾ ਉਹ ਪੁੱਤ ਜਿਹੜਾ ਕਮਾਊ ਸੀ ਕਿਸੇ ਟਾਈਮ, ਉਹ ਵੇਚਣ ਲੱਗ ਜਾਵੇ ਭਾਂਡੇ, ਉਹ ਗਾਡਰ ਵਾਲੇ ਤੱਕ ਲਾ ਕੇ ਵੇਚ ਦੇਵੇ। ਆ ਮਾਵਾਂ। ਬੇਬੇ ਸਤਿ ਸ੍ਰੀ ਅਕਾਲ, ਇੱਥੇ ਆ ਜਾ ਮਾਂ, ਅੱਗੇ ਨੂੰ ਮਾੜਾ ਜਾ। ਤੁਸੀਂ ਨੇੜੇ ਹੀ ਰਹਿੰਦੇ ਹੋ ਇੱਥੇ? ਹਾਂਜੀ, ਚਾਚੀ ਸੱਸ ਜੀ। ਚਾਚੀ ਆ ਹਨਾ, ਇਹਨਾਂ ਦੀ ਚਾਚੀ ਲੱਗਦੇ ਬੇਬੇ। ਆ ਦੇਖੋ ਕੀ ਬਣਿਆ ਪਿਆ ਰਾਜਕੁਮਾਰ ਦਾ, ਹੱਡੀਆਂ ਦੀ ਮੁੱਠ ਬਣ ਗਿਆ ਬੇਬੇ। ਮੈਂ ਕਿਵੇਂ ਸੀ? ਤਕੜਾ ਸੀ ਪੂਰਾ, ਜਵਾਨ ਸੀ ਪੂਰਾ। ਜਦੋਂ ਲੱਗਿਆ ਨਸ਼ੇ ਤੇ ਸਮਝਾਇਆ ਤੁਸੀਂ ਸਾਰਿਆਂ ਨੇ? ਮੂੰਹ ਨਾਲ ਸਮਝਾਉਣਾ ਡਾਂਗ ਮਾਰਨ ਨੂੰ ਰਹਿ ਗਏ। ਆ ਜਵਾਨ ਬਰਾਬਰ ਦਾ ਹੈਗਾ ਪੁੱਤ। ਬਾਪੂ ਤੁਸੀਂ ਦੱਸਦੇ ਸੀ ਸਾਨੂੰ, ਅੱਗੇ ਆਓ ਬਾਪੂ। ਇਹ ਬਾਈ ਤੁਹਾਡਾ ਕੀ ਨਾਮ ਆ?
ਨਾਮ ਮੇਵਾ ਸਿੰਘ ਆ ਜੀ। ਮੇਵਾ ਸਿੰਘ ਤੁਹਾਡਾ ਭਰਾ ਲੱਗਦਾ ਇਹ ਬਾਈ? ਹਾਂਜੀ ਮੇਰੇ ਦੋ ਪਾਸੇ ਲੱਗਦੇ, ਇੱਕ ਤਾਂ ਮੇਰੀ ਜਿਹੜੀ ਮਾਂ ਸੀ ਇਹਨਾਂ ਦੀ ਮਾਸੀਆਂ ਸੀ? ਮਾਸੀਆਂ ਸੀ, ਇੱਕ ਮੇਰੇ ਚਾਚੇ ਦੇ ਮੁੰਡੇ ਚਾਚੇ ਨੇ। ਸੀ। ਮਤਲਬ ਇੰਨਾ ਕੁ ਸਮਝਾਇਆ ਹੈ। ਹਾਂਜੀ। ਪਰ ਭਰਜਾਈ ਮੂੰਹ ਤੇ ਖੜੀ, ਚਾਚੀ ਮੂੰਹ ਤੇ, ਆਪਾਂ ਵੀ ਕਿ ਮੇਰੇ ਵੀ ਪੁੱਤ ਬਰਾਬਰ ਤਾਂ ਨੇ। ਅੱਜ ਕੱਲ੍ਹ ਕਹਿੰਦੇ ਬਰਾਬਰ ਪੁੱਤ ਦੀ ਬਰਾਬਰ ਆ ਜੇ ਤੇ ਬੰਦਾ ਕਹਿ ਨਹੀਂ ਸਕਦਾ ਕੁਝ। ਜੇ ਆਪਾਂ ਕਿਹਦਾ ਹੱਥ ਪਾ ਲਾਂਗੇ ਬਾਹਰ ਉਹਦਾ ਮੂੰਹ ਨਹੀਂ ਫੜ ਸਕਦੇ। ਵਾਹ ਜੀ ਵਾਹ, ਫਿਰ ਤਾਂ ਗੱਲ ਪੈਂਦਾ ਬੰਦਾ ਕਹਿੰਦਾ ਨਾ ਨਸ਼ਾ ਜਿਹਾ ਬੰਦਾ ਇੱਕ ਵਾਰੀ ਬੰਦੇ ਤੇ ਗੱਲ ਪੈ ਗਿਆ ਕਿ ਅਗਲੀ ਦੀ ਮਿੱਟੀ ਹੁੰਦੀ ਆ। ਬਿਲਕੁਲ ਮਹਾਰਾਜ ਦੀ ਕਿਰਪਾ ਨਾਲ ਇੱਥੇ ਐਡਾ ਪਰਿਵਾਰ ਸੀ ਸਾਡਾ। ਹਾਂਜੀ। 7 ਭਾਈ ਅਸੀਂ ਸੀ। ਕਰਕ ਕਰ ਦਿੱਤਾ। ਵਾਹਿਗੁਰੂ। 7 ਭਾਈ ਅਸੀਂ ਸੀ, 3 ਭਾਈ ਇਹ ਸੀ, 4 ਮੇਰੇ ਦੂਜੇ ਚਾਚੇ ਦੇ ਨੇ, 14 2 ਇਹਨਾਂ ਦੇ ਨੇ, 16 ਪਰਿਵਾਰ ਕੇ ਨੋਹਾਂ ਦੇਖ ਲਓ। ਜੇ ਪ੍ਰਮਾਤਮਾ ਸੁੱਖ ਕਰਦਾ 50 ਮੈਂਬਰ ਸੀ ਅਸੀਂ। 50 ਮੈਂਬਰ ਸੀ ਸਾਡੇ ਕੋਲ, ਪਿੰਡ ਰਲਦਾ ਸੀ ਸਾਰਾ ਇਹ। ਵਾਹਿਗੁਰੂ ਤੇ ਵਾਹਿਗੁਰੂ। ਜਿਹੜਾ ਇਹਨਾਂ ਬੰਦਿਆਂ ਨੇ ਸਾਡਾ ਇਹ ਗਲੀ 'ਚ ਨਾ ਰੋਲਤਾ। 16 ਜਾਣੇ ਨੌਜਵਾਨ ਸੀ, 16 ਬਹੂਆਂ ਆ ਗਈਆਂ, 32 ਗਾਂ ਬੱਚੇ, ਖੁਦ ਬਾਪ। ਬਾਈ ਦੱਸਦਾ ਵੀ 50 ਘਰ ਦੀਆਂ ਵੋਟਾਂ ਸੀ। ਯਕੀਨ ਮੰਨਿਓ, ਰੋਟੀ ਹੁਣ ਆਪਣੀ ਰੋਟੀ ਨਹੀਂ ਮੈਂ ਤੂੰ ਆਪਣੀ ਗੱਲ ਸੁਣਦਾ। ਕੀ ਅਸੀਂ ਦੇ ਦਾਂ। ਮੇਰੇ 2 ਬੱਚੇ ਨੇ, ਮੇਰੇ ਘਰ ਦੇ ਪੂਰੇ ਹੋ ਗਏ। ਵਾਹਿਗੁਰੂ। ਮੇਰੇ 2 ਮੁੰਡੇ ਵਿਆਹੁਣ ਵਾਲੇ ਨੇ। ਇੱਕ ਭਰਜਾਈ ਮਰ ਗਈ। ਇੱਕ ਭਰਜਾਈ ਮਰ ਗਈ 25 ਦਿਨ 20 ਤੇ 25 ਦਿਨ ਹੋਏ ਨੇ। ਉਹਦੇ ਵੀ 2 ਮੁੰਡੇ ਵਿਆਹੁਣ ਵਾਲੇ। ਬਾਪੂ ਤੁਹਾਡੇ ਆਲੇ ਦੁਆਲੇ ਹੋਰ ਵੀ ਬਹੁਤ ਚਿੱਟੇ ਵਾਲੇ ਹੋਣਗੇ ਇਦਾਂ ਦੇ। ਬਾਪੂ ਇਹਨਾਂ ਨੂੰ ਪੁੱਛ ਕੇ ਦੇਖੋ, ਅਸੀਂ ਜਦੋਂ ਇਹਨਾਂ ਕੋਲ ਆਉਂਦੇ ਸੀ ਨਾ, ਸਾਨੂੰ ਡੰਗ ਦਾ ਜ਼ੋਰ ਤਾਂ ਵੀ ਮਾਰ ਗਏ। ਜੇ ਮਾਰਾਂਗੇ ਤਾਂ ਸਾਡੇ ਘਰ ਪੈਂਦੇ ਨੇ ਜਿਹੜੇ ਨਾਲ ਤੇ ਨਸ਼ੇ 'ਚ ਬੰਦਾ ਅੰਨੇ ਚ ਬਾਈ ਉਹਨੇ ਖਬਰ ਨਸ਼ੇ ਜੰਨੇ ਹੋਏ ਨੇ, ਕੀ ਮਾਰਨਾ ਕੀ ਮਾਰ ਦੇਣਾ ਕਿ ਮੈਂ ਝੂਠ ਮਾਰਦਾ। ਨੇਰੇ ਸਵੇਰੇ ਆਉਂਦੇ ਨੂੰ ਮਾਰ ਲਿਆ, ਤਾਂ ਮਾਰ ਲਿਆ, ਨਾ ਕੁਛ ਮੇਰਾ ਕਰਨ ਇਹ ਦੇਖੋ, ਮੇਰੇ ਤੋਂ 2900 ਰੁਪਇਆ ਸਾਈਕਲ ਹਾਂ। ਇਹ ਚਾਕੂ ਮਾਰਿਆ, ਮੇਰੀ ਅੱਖ ਨਿਕਲਣ ਵੱਜ ਗਈ। ਅੱਛਾ, ਰਾਹ ਚ ਲੁੱਟ ਲਿਆ। ਆ ਪੁੱਛ ਲਓ, ਮੂੰਹ ਤੇ ਖੜੇ ਨੇ। ਹੁਣ ਇਹ ਨਹੀਂ ਪਤਾ ਹੈ ਕੌਣ। ਆ ਕਿਹਦਾ ਨਾਂ ਲੈ ਦਈਏ, ਕਿਹਦਾ ਨਾਂ ਲੈ ਦਈਏ? ਅੱਖ ਬਚ ਗਈ। ਕੀ ਕਰੀਏ ਕਿਸ ਨੂੰ? ਇਹਦਾ ਇੱਦਾਂ ਹੱਥ ਬੰਦੇ ਭਾਈ, ਹਟ ਜਾਓਏ, ਚੰਗੇ ਰਹੋਗੇ। ਨਹੀਂ ਮੁੜੋਗੇ ਭਾਈ, ਫਿਰ ਆਮਾ ਦੇਖ ਲਓ। ਲੋਕਾਂ ਨੂੰ ਕਮਾਈਆਂ ਖਵਾਉਂਦੇ ਰਹੇ ਢੋਣ, ਸਾਨੂੰ ਅਸੀਂ ਕੀ ਕਰੀਏ? ਟੱਕਰਾਂ ਸੁਣ ਮਾਰ ਲਓ, ਕੇ। ਸਿਆਣੇ ਦਾ ਕਿਹਾ ਔਲੇ ਦਾ ਖਾਦਾ, ਇਹ ਤਾਂ ਬਾਅਦ ਚ ਪਤਾ ਪਤਾ ਲੱਗਦਾ ਹੈ ਵੀ ਸਿਆਣੇ ਨੇ ਕੀ ਕਿਹਾ। ਪਰ ਬਾਪੂ ਗੱਲ ਇਹ ਆ ਵੀ ਉਦੋਂ ਇੱਕ ਸਮਾਂ ਹੁੰਦਾ ਸੀ ਜਦੋਂ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ, ਬਾਅਦ ਚ ਪਤਾ ਲੱਗ ਜਾਂਦਾ ਸੀ, ਬੰਦਾ ਸੰਭਲ ਜਾਂਦਾ ਸੀ। ਆਹ ਤਾਂ ਬਾਪੂ ਸੰਭਲਣ ਵਾਲਾ ਹੀ ਨਹੀਂ ਨਾ। ਸੁਣ ਲਓ ਚਾਚੀ, 2 ਮਿੰਟ ਗੱਲ ਸੁਣ ਲਓ। ਮੇਰਾ ਡੈਡੀ ਸੀ ਨਾ, ਮੈਂ ਡੈਡੀ ਦੇ ਸਾਹਮਣੇ ਕੋਈ ਨਾ ਸੁਣ ਲਓ, ਅਨਪੜ੍ਹ ਬੰਦਾ, ਮੈਂ ਗੱਲ ਮੂੰਹ ਤੇ ਕਹੂੰ, ਮੈਂ ਨਾ ਮੁਸ਼ਕਰੀ ਕਰ ਲਈ। ਹਾਂਜੀ। ਪਾਪੇ ਮੇਰੇ ਨੇ ਵੱਟ ਕੇ ਮਾਰੀ, ਇੱਥੇ ਪੰਚਾਇਤ 'ਚ ਬੈਠੇ ਨੇ। ਕਹਿੰਦਾ ਮੁਸ਼ਕਰੀ ਕੀਤੀ, ਮੈਂ ਕਿਹਾ ਮੇਰੀ ਆਪਣੀ ਹੈ। ਕਹਿੰਦਾ ਮੁਸ਼ ਬੰਦਾ ਉਹ ਖੜੀ ਕਰਦਾ ਅੰਦਾਜ਼ ਹੋ ਗਏ। ਮੈਂ ਕਿਹਾ ਜਾ ਪਾਪਾ ਅੰਦਾਜ਼ ਹੀ ਰਹੂ। 65 ਸਾਲ ਦੀ ਉਮਰ ਚੱਲੀ ਹੈ, ਕੋਈ ਉਹ ਵੀ ਕਹਿ ਕੇ ਦਿਖਾ ਦੇ ਆਲੇ ਕੋਲ। ਉਹੀ ਗੱਲ ਹੈ ਬਾਪੂ, ਜਿਹੜੀਆਂ ਸਮਝੀਆਂ ਜਿੱਤਾਂ ਇਹਨਾਂ ਮਾਵਾਂ ਨੇ ਕੀਤੀਆਂ ਮਿਹਨਤਾਂ, ਤੁਹਾਡੇ ਪਿਓ ਦਾਦਿਆਂ ਦੀਆਂ ਜਿੱਤਾਂ ਤੁਸੀਂ ਸਾਂਭੀ ਬੈਠੇ ਹੋ, ਪਰ ਬਾਈ ਚਿੱਟੇ ਨੇ ਅੱਜ ਰੋਲਤਾ। ਬਾਈ ਤੁਸੀਂ ਦੱਸੋ ਕਿਹਦਾ ਨਹੀਂ ਲਾਂਭਾ ਆਇਆ ਹੋਊ ਇਹਦੇ ਵਾਸਤੇ? ਇਹਨੇ ਆਪ ਤਾਂ ਰੋਲਿਆ ਜਿਹੜਾ ਸਾਨੂੰ ਰੋਲਤਾ। ਹਾਂ, ਹਰੇਕ ਬੰਦਾ ਕਹਿੰਦਾ ਤੁਹਾਡਾ ਤੁਹਾਡਾ ਤੁਹਾਡਾ। ਇਹਦਾ ਕੀ ਜਾਂਦਾ ਹੈ? ਉਹ ਵੀ ਇੱਕ ਸੁਣਾਈਏ ਤੁਹਾਨੂੰ। ਇਹ ਚੰਗਾ ਹੋਵੇ ਜੂਗਾ ਦੇ ਲੋਕੀ ਕਹਿੰਦੇ ਚੱਕ ਕੇ ਫੂਕਾ। ਫੂਕ ਦੋ। ਮੈਂ ਅੱਗੇ ਗੱਲ ਬੇਬੇ ਇੱਥੋਂ ਸ਼ੁਰੂ ਕੀਤੀ ਆ ਵੀ ਜਦੋਂ ਕਿਸੇ ਦਾ ਪੁੱਤ ਮਰਦਾ ਨਾ ਚਿੱਟੇ ਨਾਲ, ਉਹ ਚੁੱਪ ਕਰ ਜਾਂਦੇ ਸ਼ਰਮ ਦੇ ਮਾਰੇ ਵੀ ਛੱਡੋ ਦੂਜੇ ਵਿਆਹੁਣੇ ਆ। ਠੀਕ ਆ, ਸਮਾਜ ਦੇ ਲੋਕ, ਆਸ-ਪਾਸ ਦੇ ਲੋਕ ਤਾਂ ਚੁੱਪ ਕਰ ਜਾਂਦੇ ਵੀ ਕੱਲ ਨੂੰ ਸਾਡਾ ਨਾ ਲੱਗ ਜੇ, ਜਾਂ ਸਾਡਾ ਲੱਗਿਆ ਹੋਇਆ ਕੱਲ ਨੂੰ ਉਹਦੇ ਨਾਲ ਵੀ ਹੋ ਜੂ। ਏਦਾਂ ਸਾਰੇ ਇਸ ਸ਼ਰਮ 'ਚ ਚੁੱਪ ਆ। ਤੇ ਸਾਡੇ ਲੀਡਰ ਕਦੇ ਕਿਸੇ ਨੇ, ਹੁਣ ਤੁਸੀਂ ਦੱਸ ਦਿਓ, ਤੁਹਾਡਾ 50 ਵੋਟਾਂ ਤੁਹਾਡੀਆਂ ਘਰ ਦੀਆਂ, ਕਦੇ ਕਿਸੇ ਨੇ ਆ ਕੇ ਕਿਹਾ ਵੀ ਦੱਸੋ ਕੀ ਕਰੀਏ ਅਸੀਂ? ਯਾਦ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ। ਹੁਣ ਵੋਟਾਂ ਮੰਗਣ ਆਉਣਗੇ, ਅੱਧੋ ਵੱਧ ਪਾੜ ਲੈਂਦੇ ਆ, ਅੱਧੇ ਉੱਧਰ ਸਾਨੂੰ ਆਪਸ ਵਿੱਚ ਲੜਾਈ ਜਾਂਦੇ ਆ। ਤੁਹਾਡੇ 50 ਦੇ 50 ਇੱਕ ਦੂਜੇ ਨੇ ਲੜ ਮਰੀ ਜਾਂਦੇ ਆ। ਕਹਿੰਦੇ ਦੋਨੇ ਭਾਈ ਆਪਸ 'ਚ ਲੜੇ ਹੋਏ ਨੇ, ਇੱਕ ਦੇ ਪਿੱਛੇ ਖੜੇ ਹੋਏ ਨੇ। ਕਿਤੇ ਉਹ ਜਿਹੜੀ ਫਰੀਅਨ ਉਹ ਮਰਾਉਂਦੀ ਹੈ, ਮਾਰਦੀ ਆ। ਪਰ ਬਾਈ ਜੀ ਸਾਡੀ ਤਾਂ ਬੇਨਤੀ ਹੋਈ ਆ, ਅਸੀਂ ਵੀਡੀਓ ਸ਼ੇਅਰ ਕਰਦੇ ਆ। ਰਾਜਕੁਮਾਰ ਬਾਈ ਨੂੰ ਹਸਪਤਾਲ ਦਾਖਲ ਕਰਾਉਣ ਲੱਗੇ ਆ। ਇਹਦੀਆਂ ਜਿੰਨੀਆਂ ਵੀ ਸਵਾਸਾਂ ਦੀ ਇਹਦੀ ਪੂੰਜੀ ਬਚੀ ਆ, ਉਹ ਵਾਹਿਗੁਰੂ ਨੇ ਦੇਣੀ ਆ। ਅਸੀਂ ਇਹਨੂੰ ਹਸਪਤਾਲ ਦੇ ਵਿੱਚ ਚੈੱਕਅਪ ਕਰਾ ਕੇ ਇਹਦਾ ਟ੍ਰੀਟਮੈਂਟ ਕਰਾਵਾਂਗੇ, ਦਾਖਲ ਕਰਾਵਾਂਗੇ। ਇਹਦੇ ਭਰਾ ਨੂੰ ਵੀ ਅਸੀਂ ਉਡੀਕ ਰਹੇ ਹਾਂ, ਉਹ ਦਿਹਾੜੀ ਗਿਆ ਹੋਇਆ ਵਿਚਾਰਾ, ਇੱਥੇ ਕਿਸੇ ਦੀ ਮਿੱਟੀ ਦੀ ਟਰਾਲੀ ਭਰਨ ਗਿਆ। ਮੂੰਹ ਚ ਪਾਉਂਦਾ ਇਹਦੇ। ਤੇ 2 ਬੱਚੇ ਨੇ ਉਹਦੇ। ਨਿੱਕੇ ਨਿੱਕੇ 2 ਜਵਾਕ ਨੇ ਹਨਾ, ਲਕਸ਼ਦੀਪ ਤੇ ਹੈਰੀ, ਉਹਨਾਂ ਦਾ ਵੀ ਭਵਿੱਖ ਆ। ਉਹ ਅੱਜ ਆਪਦੇ ਚਾਚੇ ਨੂੰ ਆਪਦੀਆਂ ਅੱਖਾਂ ਦੇ ਸਾਹਮਣੇ ਏਦਾਂ ਮਰਦਿਆਂ ਦੇਖ ਰਹੇ ਆ, ਟੀਕੇ ਲਾਉਂਦਿਆਂ ਵੀ ਦੇਖਿਆ ਉਹਨਾਂ ਬੱਚਿਆਂ ਨੇ। ਕਿਉਂਕਿ ਜਿਵੇਂ ਦਾਦਾ ਰਾਜਕੁਮਾਰ ਵੀ ਮੇਰੀ ਗੋਦੀ 'ਚ ਹੀ ਹੁੰਦਾ ਸੀ, ਲਕਸ਼ਦੀਪ ਤਾਂ, ਪਰ ਅੱਜ ਖੁਦ ਰਾਜਕੁਮਾਰ, ਹਾਂ ਅੱਜ ਖੁਦ ਆਪ ਬਾਈ ਉਹ ਬੱਚੇ ਜਿਹਦੇ ਉਹਦੀ ਵਜਨ ਹੋਇਆ ਪਿਆ, ਹੱਡੀਆਂ ਦੀ ਮੁੱਠ ਬਣਿਆ ਪਿਆ ਰਾਜਕੁਮਾਰ। ਜਦੋਂ ਪਹਿਲੀ ਵਾਰੀ ਟੀਕਾ ਲਾਇਆ ਸੀ, ਕਿੱਦਾਂ ਲਾਇਆ ਸੀ, ਕਿਹਨੇ ਲਵਾਇਆ ਸੀ, ਕਿਵੇਂ ਹੋਇਆ ਇਹ ਸਾਰਾ ਕੁਝ? ਅੱਛਾ ਜੀ, ਅੱਛਾ ਜੀ, ਹਾਂਜੀ।
ਉਹਦੇ ਨਾਲ ਚੱਲ ਜਾ ਬਸ ਉਹਨੇ ਇੱਕ ਦਿਨ ਬੈਠੇ ਨੇ ਲਵਾਤਾ ਟੀਕਾ ਲਾਇਆ ਸੀ ਜਾਂ ਨੱਕ ਰਾਹੀਂ ਖਿੱਚਿਆ ਸੀ? ਟੀਕਾ ਲਾਤਾ ਮੈਨੂੰ ਸੁਰਤੀ ਨਹੀਂ ਰਹੀ ਘੰਟੇ ਹੋ ਗਏ ਹੈ 7 ਘੰਟੇ ਹੋ ਗਏ ਹੋਸ਼ ਨਹੀਂ ਆਈ। ਪਤਾ ਨਹੀਂ ਕਿਤੇ ਸਵੇਰੇ ਉੱਠਿਆ ਜਦੋਂ ਹਾਂ ਉਦੋਂ ਨੂੰ ਮੈਂ ਕਹਾਂ ਐ ਨਜ਼ਾਰਾ ਆਇਆ ਹੋਇਆ ਸੀ ਪੂਰਾ। ਹਾਂ ਉਹਨੂੰ ਬੜਾ ਬੜੀਆਂ ਗੱਡੀਆਂ ਅੱਛਾ ਮਰ ਜਾਂਦਾ ਕੁਝ ਹੋ ਜਾਂਦਾ ਹੂੰ ਕਿੱਥੇ ਜਾਂਦੇ ਮੇਰੇ ਭੈਣ ਤੇ ਫਿਰ ਵੀ ਤੈਨੂੰ ਸੁੱਧ ਨਹੀਂ ਆਈ ਜਦੋਂ ਦੁਬਾਰਾ ਟੀਕਾ ਫਿਰ ਲਾਇਆ? ਉਹਦਾ ਸਰੂਰ ਆਇਆ ਉਹਨਾਂ ਨੂੰ। ਹਾਂ ਫਿਰ ਕੀ ਮਤਲਬ ਤੂੰ ਉਹਦੇ ਨਾਲ ਲੜਿਆ, ਗਾਲਾਂ ਕੱਢੀਆਂ ਉਹਨੂੰ, ਫਿਰ? ਹੱਥੋਂ ਵਜੀ ਹੋਏ ਸਸੁਰ ਬਾਟੇ ਹੂੰ ਕੰਮ ਹੀ ਛੱਡਤਾ ਹੂੰ ਫਿਰ ਸਾਲੇ ਨੇ ਗਾਲਾਂ ਨਹੀਂ ਛੱਡਿਆ ਨਹੀਂ ਤੈਨੂੰ ਧੱਕੇ ਨਾਲ ਲਵਾਉਂਦੇ ਸੀ ਆ ਕੇ? ਫਿਰ ਨਹੀਂ ਗਾਲਾਂ ਛੱਡਿਆ ਹੁਣ ਕਾਹਤੋਂ ਨਹੀਂ ਆਉਂਦਾ ਕੋਈ ਉਹ? ਹੁਣ ਕੋਈ ਪੁੱਛਦਾ ਵੀ ਨਹੀਂ ਹੈਗਾ ਕਿ ਇਹਨੂੰ ਹੁਣ ਸਾਡੇ ਸਰਾਣੇ ਸੁੱਟਿਆ ਨੇ। ਆ ਹੁਣ ਤੋਂ 2-4 ਮਹੀਨੇ ਪਹਿਲਾਂ ਵੀ ਤੇਰੇ ਕੋਲ ਇੱਥੇ ਆ ਕੇ ਲਾ ਕੇ ਜਾਂਦੇ, ਨਾਲੇ ਤੈਨੂੰ ਲਵਾ ਕੇ ਜਾਂਦੇ ਸੀ। ਹੁਣ ਜਦੋਂ ਜਮਾ ਹੀ ਖੜ ਗਿਆ ਮਰ ਗਿਆ ਨਾ ਨਾ ਰਾਜਕੁਮਾਰੀ ਰਹੀ ਨਾ ਉਹ ਰਾਜਕੁਮਾਰ ਰਿਹਾ ਹੈ, ਕੌਣ ਪੁੱਛਦਾ ਏਦਾਂ? ਕੋਈ ਨਹੀਂ ਪੁੱਛਦਾ। ਨਾ ਉਹ ਯਾਰ ਰਹੇ ਨਾ ਉਹ ਸਮਾਨ ਲਾਉਣ ਵਾਲੇ ਹੱਥ ਹੀ ਰਹੇ, ਤੇਰੀਆਂ ਨਾੜਾਂ ਹੀ ਰਹੀਆਂ ਯਾਰ। ਉਹ ਕਹਿੰਦੀ ਹੁਣ ਥਾਂ ਮੇਰੇ ਨਾਲ ਵਾਰੀ ਆਹੀ ਰਹਿ ਗਈ। ਇਹ ਵੀ ਇਹ ਬਚਾ ਬਚੂ ਕੇ ਨਹੀਂ ਤੇ ਇਹ ਵੀ ਵੇਚ ਦੇਣਾ ਸੀ। ਇਹ ਨਾ ਉਹ ਕਬਜ਼ਾ ਕਰਨ ਆ ਗਈ ਸੀ। ਅੱਛਾ ਜੀ ਗੱਡੀ ਹੈ ਅੱਛਾ ਬੱਚੇ ਕਿੱਥੇ ਜਾਣਗੇ ਅਸੀਂ ਕੁੱਟ ਕੇ ਗੱਡੀ ਤੂੰ ਦੁਨੀਆ ਦੀ ਕਬਜ਼ਾ ਤੂੰ ਹੈ ਕੌਣ ਕਬਜ਼ਾ ਵਾਲੀ ਵੀ? ਉਹ ਵੀ ਤੁਹਾਡਾ ਥੋੜਾ ਵੱਡਾ ਸੀ ਬਾਈ। ਸਾਡੇ ਡਾਂਗੀ ਦਮ ਸੀ। ਬੁੜਾ ਸਾਡੇ ਪਿਆ ਗਿਆ ਸਾਡਾ ਚਾਚਾ ਹੈ ਜਾਂ ਨਾ ਜਿਹਦੇ ਮਗਰ ਲੱਗ ਜਾਵੇ ਜਿਹੜਾ ਮਰਜ਼ੀ ਅਫਸਰ ਹੈ ਮੇਰੇ ਘਰ ਉਹ ਤੋੜ ਪੈਗਾ ਕੁੱਟ ਕੇ ਗੱਡੀ ਇਥੋਂ ਸਾਰਾ ਪੀਟੀ ਜਦੋਂ ਵਧੀਆ ਨਹੀਂ ਉਹ ਗਈ ਸੀ। ਲੈ ਗਈ ਸਾਰਾ ਕੁਝ ਲੈ ਗਈ ਵਾਹ ਸਾਰਾ ਕੁਝ ਸੀਗਾ ਸਾਡੀ ਦਰਾਣੀ ਦਾ ਅੱਛਾ ਲੈ ਗਈ ਸਾਰਾ ਕੁਝ। ਪੇਟੀ ਵੀ ਲੈ ਗਈ ਮੰਜੇ ਵੀ ਲੈ ਗਈ ਲੋਹੇ ਦੇ। ਵਾਹਿਗੁਰੂ ਵਾਹਿਗੁਰੂ। ਅਰੇ ਕਿਹਨੂੰ ਕੀ ਕਹਿਣਾ? ਹੁਣ ਅਸੀਂ ਪਤਾਰ ਕੇ ਸਬਰ ਉਹਦਾ ਕਰਾਂਗੇ ਤੇ ਸਿਆਣੇ ਕਹਿੰਦੇ ਨੇ ਖੋਟਾ ਪੈਸਾ ਆਪਣਾ ਬਾਣੀਆਂ ਨੂੰ ਕੀ ਦੋ? ਦੋਸ਼ ਹੈ ਜੀ। ਸਹੀ ਗੱਲ ਹੈ ਸਾਫ਼ ਗੱਲਾਂ ਨੇ ਬਾਈ, ਜੀ। ਪੈਸਾ ਖੋਟਾ ਆਪਣਾ ਬਾਣੀਆਂ ਨੂੰ ਕੀ। ਮੇਰੇ ਕੋਲ ਸਾਫ ਗੱਲਾਂ ਵਿੱਚ ਝੂਠ ਮਾਰ ਕੇ ਗੱਲ ਨਹੀਂ ਕਰਦਾ। ਪਰ ਬਾਈ ਜੀ ਇਹ ਸਾਡਾ ਪੈਸਾ ਖੋਟਾ ਕੀਤਾ ਉਹਨਾਂ ਨੇ ਹੈ ਜਿਹੜੇ ਪੈਸੇ ਤੇ ਸੱਪ ਬਣੇ ਬੈਠੇ ਆ, ਜਿਹੜੇ ਪੈਸਾ ਬਣਾਉਂਦੇ ਆ। ਨੋਟ ਛਾਪਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਆ। ਆਰਬੀਆਈ ਕਿਹਦੇ ਅੰਡਰ ਆ? ਸਰਕਾਰਾਂ ਦੇ ਅੰਡਰ ਆ। ਜਦੋਂ ਉਹੀ ਸਾਡੇ ਪੈਸੇ ਨੂੰ ਖੋਟਾ ਕਰ ਦੇਣ ਫਿਰ ਅਸੀਂ ਕੀ ਕਰੀਏ? ਸਾਡੀ ਜਵਾਨੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਆ। ਸਰਕਾਰ ਮਾਂ ਹੁੰਦੀ ਆ ਸਟੇਟ ਦੀ, ਸਰਕਾਰ ਮਾਂ ਹੁੰਦੀ ਆ ਦੇਸ਼ ਦੀ, ਪਰ ਉਹ ਸਰਕਾਰਾਂ ਨਹੀਂ ਪਾਰਟੀਆਂ ਰਹਿ ਗਈਆਂ ਬਣ ਕੇ। ਉਹ ਸਰਕਾਰਾਂ ਨਹੀਂ, ਉਹ ਲੀਡਰ ਨਹੀਂ ਰਹਿ ਗਏ, ਉਹ ਸਿਰਫ ਨੋਟ ਬਣਾਉਣ ਵਾਲੀਆਂ ਮਸ਼ੀਨਾਂ ਬਣ ਗਏ ਆ। ਸਾਡੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਅੱਗੇ ਹੁੰਦੇ ਸੀ ਸਾਂਝੇ। ਜਿਹੜਾ ਪ੍ਰਧਾਨ ਮੰਤਰੀ ਬਣ ਜਾਂਦਾ ਸੀ ਜਾਂ ਮੁੱਖ ਮੰਤਰੀ ਬਣ ਜਾਂਦਾ ਸੀ ਉਹ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਦਾ ਸੀ। ਹੁਣ ਉਹ ਕਹਿੰਦਾ ਮੇਰੀ ਪਾਰਟੀ, ਮੈਨੂੰ ਵੋਟਾਂ ਪਾਓ, ਮੈਂ ਆ ਕੀਤਾ। ਉਹ ਤੁਸੀਂ ਕਿੱਥੋਂ ਕਰਦੇ ਹੋ ਯਾਰ? ਤੁਸੀਂ ਸਾਡੀਆਂ ਸੜਕਾਂ ਬਣਾਉਂਦੇ ਹੋ, ਤੁਹਾਡੇ ਯਾਰ ਪੈਸੇ ਘਰੋਂ ਥੋੜੀ ਬਣਾ ਕੇ ਲਿਆ ਕੇ ਆਉਂਦੇ, ਤੁਸੀਂ ਆਪਦੇ ਬੱਚਿਆਂ ਦੇ ਮੂੰਹ ਚੋਂ ਰੋਟੀ ਖੋ ਕੇ ਥੋੜੀ ਰਾਜਕੁਮਾਰ ਦੇ ਬੱਚਿਆਂ ਨੂੰ ਦਿੰਦੇ ਹੋ। ਤੁਸੀਂ ਬਾਈ ਸਾਡੇ ਟੈਕਸ ਦੇ ਪੈਸੇ ਸਾਡੀਆਂ, ਹੁਣ ਜੇ ਤੁਹਾਨੂੰ ਅਸੀਂ ਪੁਆਇੰਟ ਕਰਤਾ ਵੀ ਯਾਰ ਤੁਸੀਂ ਵੀ ਸਾਡਾ ਆ ਸਾਰਾ ਠੇਕਾ ਦੇਤਾ ਤੁਹਾਨੂੰ ਵੋਟਾਂ ਪਾ ਕੇ ਵੀ ਪੰਜਾਬ ਨੂੰ ਵਧੀਆ ਬਣਾ ਦਿਓ, ਤੇ ਤੁਸੀਂ ਬਣਾ ਕੇ ਕਹੋ ਮੈਂ ਕੀਤਾ, ਮੈਂ ਉਹ ਕਹੇ ਆ ਮੈਂ ਕੀਤਾ, ਅਧਿਕਾਰਨਾਂ ਪਿੱਛੇ ਲੜੀ ਜਾਂਦੇ ਹੋ, ਰੀਵਨ ਕੱਟਣ ਪਿੱਛੇ ਛਿੱਤਰੋ ਛਿੱਤਰੀ ਹੋਈ ਜਾਂਦੇ ਹੋ। ਯਾਰ ਸਾਡਾ ਕੌਣ ਪੁੱਛੂ ਹਾਲ? ਆ ਸੜਕ ਬਾਹਰ ਲੰਘਦੀ ਆ, ਇਹ ਬਣੀ ਹੋਵੇ ਨਾ ਬਣੀ ਹੋਵੇ, ਰਾਜਕੁਮਾਰ ਦੇ ਪਰਿਵਾਰ ਨੂੰ ਇਹਦਾ ਕੀ ਮਤਲਬ ਆ? ਇਹਦੇ ਘਰ 'ਚ ਪਾਣੀ ਨਾ ਵੜੇ, ਇਹਨੂੰ ਤੇ ਇਹਦੇ ਤੱਕ ਮਤਲਬ ਆ। ਸੜਕ ਤੋਂ ਵੀ 4 ਫੁੱਟ ਨੀਵਾਂ ਘਰ ਇਹਦਾ, ਤੇ ਜਦੋਂ ਮੀਂਹ ਪੈਂਦਾ ਹੋਊ ਇਹਦਾ ਪਾਣੀ ਕਿੱਥੇ ਨਿਕਲਦਾ ਹੋਊ? ਆਪੇ ਹੀ ਸੁੱਕਦਾ। ਦੇਖੋ ਬੱਟ ਮਾਰੀ ਹੋਈ ਇਹਨਾਂ ਨੇ, ਆ ਬੱਟ ਮਾਰੀ ਹੋਈ ਆ। ਆ ਰਾਜਕੁਮਾਰ ਦੇ ਪਏ ਦੇ ਥੱਲੇ ਪਾਣੀ ਆ ਜਾਂਦਾ ਜਦੋਂ ਮੀਂਹ ਹੁਣ 4-5 ਦਿਨ ਝੜੀਆਂ ਲੱਗੀਆਂ ਨਾ। ਆ ਸਾਰਾ ਕੁਝ ਚੋਂਦਾ ਸੀ। ਇਹ ਤਾਂ ਚੰਗੀ ਕਿਸਮਤ ਸੀ ਵੀ ਆ ਉੱਤੇ ਨਹੀਂ ਡਿੱਗ ਪਿਆ, ਕਿਉਂਕਿ ਪਿਓ ਦਾਦਿਆਂ ਦੀਆਂ ਹੱਥਾਂ ਨਾਲ ਬਣਾਈਆਂ ਹੋਈਆਂ ਲੱਕੜ ਦੀਆਂ ਉਹ ਛੱਤਾਂ ਵਾ ਜਿਹੜੀਆਂ ਅੱਜ ਤੁਹਾਡੇ ਬਣਾਏ ਹੋਏ ਪੁਲਾਂ ਤੋਂ ਵੀ ਤਕੜੀਆਂ ਵਾ। ਅੱਜ ਵੀ ਰਾਜਕੁਮਾਰ ਨੂੰ ਨਿੱਘ ਦੇ ਰਹੀ ਹੈ ਛੱਤ ਇਹ। ਪਰ ਤੁਹਾਡਾ ਉਹਨਾਂ ਸਾਰੇ ਲੀਡਰਾਂ ਦਾ ਅੱਜ ਬਣਾਇਆ ਹੋਇਆ ਪੰਜਾਬ ਦਾ ਹਾਲ ਅਸੀਂ ਦੇਖ ਰਹੇ ਹਾਂ। ਸਾਰਿਆਂ ਨੇ ਵਾਰੂ-ਵਾਰੀ ਲੁੱਟਿਆ, ਪਰ ਸਾਰੇ ਸਾਨੂੰ ਅੱਜ ਵੀ ਕਹਿੰਦੇ ਅਸੀਂ ਸਾਰਿਆਂ ਤੋਂ ਚੰਗੇ ਆ। ਆ ਘਰ ਦਾ ਬਲਬ ਜਿਹੜਾ ਜਗਦਾ ਨਾ ਜੀ, ਇਹ ਵੀ ਕੁੰਡੀ ਲੱਗੀ ਹੋਈ ਆ, ਡਾਇਰੈਕਟ ਤਾਰ ਲਾਈ ਹੋਈ ਆ ਕਿਉਂਕਿ ਮੀਟਰ ਕੱਟਿਆ ਗਿਆ। ਘਰ ਦਾ ਚੁੱਲ੍ਹਾ ਜਿਹੜਾ ਨਾ ਉਹ ਵੇਚ ਦਿੱਤਾ ਗਿਆ ਚਿੱਟੇ ਦੇ ਨਸ਼ੇ 'ਚ। ਰਾਜਕੁਮਾਰ ਨੇ ਉੱਥੇ ਹੀਟਰ ਲੱਗਿਆ 150 ਰੁਪਏ ਦਾ ਲਿਆ ਕੇ ਹੀਟਰ ਲਾ ਲਿਆ ਪ੍ਰਵੀਨ ਭੈਣ ਨੇ, ਕਿਉਂਕਿ ਲਕਸ਼ਦੀਪ ਨੂੰ ਤੇ ਹੈਰੀ ਨੂੰ ਰੋਟੀ ਵੀ ਖਵਾਉਣੀ ਆ।
ਰਾਜਕੁਮਾਰ ਦੇ ਜਦ ਤੱਕ ਸਰੀਰ ਦੇ ਵਿੱਚ ਸਾਹ ਨੇ, ਇਹਦੇ ਮੂੰਹ 'ਚ ਵੀ ਬੁਰਕੀ ਪਾਉਣੀ ਆ। ਇਹਦੇ ਕੋਲੇ ਪਿਆ ਇੱਕ ਸੰਤਰੇ ਦਾ ਪੀਸ ਕੌਲੀ ਦੇ ਵਿੱਚ, ਟਿੱਡੀਆਂ ਚੂਹੇ ਖਾਈ ਜਾਂਦੇ ਆ, ਉਹ ਵੀ ਇਹਨੂੰ ਮਰਨ ਤੱਕ ਦੇਣਾ ਵਾ। ਪਰਿਵਾਰ ਫਿਰ ਵੀ ਆਪਦੀ ਫਰਜ਼ ਨਿਭਾ ਰਿਹਾ, ਜ਼ਿੰਮੇਵਾਰੀ ਨਿਭਾ ਰਿਹਾ, ਪਰ ਸਾਡਾ ਸਮਾਜ, ਸਾਡਾ ਸਿਸਟਮ ਕਿੱਥੇ ਆ? ਸਾਡੇ ਲੁਧਿਆਣੇ ਦਾ ਡੀਸੀ ਕਿੱਥੇ ਆ? ਸਾਡੇ ਲੁਧਿਆਣੇ ਦਾ ਐਸਡੀਐਮ, ਇੱਥੋਂ ਦੇ ਲੋਕਲ ਅਫਸਰ ਕਿੱਥੇ ਆ? ਇੱਥੋਂ ਦੇ ਲੋਕਲ ਲੀਡਰ ਕਿੱਥੇ ਆ ਜਿਹੜੇ ਇਸ ਘਰ 'ਚ 4 ਦਿਨਾਂ ਨੂੰ ਵੋਟਾਂ ਮੰਗਣ ਆਉਣਗੇ? ਸਾਰੀਆਂ ਪਾਰਟੀਆਂ ਦੇ ਲੀਡਰ 12 ਸਾਲਾਂ ਤੋਂ ਬਾਅਦ ਦੇਖੇ ਇਹਨਾਂ ਨੇ ਮੂੰਹ, 12 ਸਾਲਾਂ ਤੋਂ ਬਾਅਦ ਜੰਮੇ ਨੇ। ਅੱਛਾ, ਵਿਆਹ ਤੋਂ 12 ਸਾਲਾਂ ਬਾਅਦ ਹੋਇਆ ਸੀ ਇਹ? ਹਾਂ ਪਹਿਲਾਂ 12 ਸਾਲਾਂ ਬਾਅਦ। ਹਾਂ ਇਹ 12 ਸਾਲਾਂ ਤੋਂ ਬਾਅਦ 3 ਕਾਕੇ ਹੋਏ, ਡੇਢ ਛੱਡ ਕੇ ਮਰ ਗਏ ਦੋਨੇ ਜੀ। ਅੱਛਾ, ਉਹਨਾਂ ਦੇ ਨਿੱਕੇ ਨਿੱਕੇ ਹੁੰਦੇ ਤੋਂ ਮਾਪਿਓ ਮਰ ਉਹਨੇ ਗਏ। ਪਾਲ ਤੇ ਰੋਟੀਆਂ ਪਕਾ ਪਕਾ ਕੇ ਖਵਾਉਂਦਾ ਸੀ। ਪਿਓ ਵੀ ਹੁਣ 4 ਸਾਲ ਹੋ ਗਏ। 4 ਸਾਲ। ਉਹ ਵੀ ਪੱਲੇਦਾਰੀ ਦਾ ਕਰਦਾ ਹੀ ਕੰਮ। ਹਾਂ ਹਾਂਜੀ ਹਾਂਜੀ। ਤੇ ਇੱਥੇ ਗੁਰੂਆਂ ਤੇ ਪੀਰਾਂ ਦੀਆਂ ਤਸਵੀਰਾਂ ਵੀ ਪਈਆਂ ਵਾ, ਉਹਨਾਂ ਦਾ ਵੀ ਆਸਰਾ ਨਹੀਂ ਮਿਲ ਰਿਹਾ, ਕਿਉਂਕਿ ਉਹਨਾਂ ਤੋਂ ਵੀ ਹੱਦ ਬੰਨੇ ਅੱਗੇ ਟੱਪ ਗਈ ਆ ਗੱਲ। ਅੱਜ ਉਹਨਾਂ ਦੇ ਸਿਰ ਤੇ ਵੀ ਛੱਤ ਨਹੀਂ ਹੈਗੀ, ਗੁਰੂਆਂ ਤੇ ਪੀਰਾਂ ਦੇ ਵੀ ਸਿਰ ਤੇ ਪਾਣੀ ਚੋਂਦਾ। ਸ਼ਾਇਦ ਇਸ ਘਰ ਦੇ ਮੈਂਬਰ ਸਰੋਂ ਦੇ ਤੇਲ ਦੀ ਜੋਤ ਲਾਉਂਦੇ ਹੋਣ, ਦੀਵੇ 'ਚ ਤੇਲ ਵੀ ਨਹੀਂ ਬਚਿਆ, ਕਿਉਂਕਿ ਮੂੰਹ ਨੂੰ ਰੋਟੀ ਨਹੀਂ ਬਚੀ। ਪਰ ਅੱਜ ਗੁਰੂ ਪੀਰ ਵੀ ਸਾਡੇ ਇਸ ਟਾਈਮ ਇਹਨਾਂ ਹਾਲਾਤਾਂ 'ਚ ਨੇ ਵੀ ਅਸੀਂ ਇਸ ਤਰਾਸਦੀ ਨੂੰ ਉਹਨਾਂ ਮੂਹਰੇ ਵੀ ਅਸੀਂ ਵਿਆਖਿਆ ਨਹੀਂ ਕਰ ਪਾ ਰਹੇ। ਆਪਦੇ ਗੁਰੂਆਂ ਨੂੰ ਵੀ ਕੀ ਕਹੀਏ, ਕੀ ਬਿਆਨ ਕਰੀਏ, ਕੀ ਦਸੀਏ? ਸਾਡੇ ਰੱਬ ਵਰਗੇ ਵੱਡੇ ਵਡੇਰੇ ਆ ਜਿਹੜੇ, ਅਸੀਂ ਤਾਂ ਉਹਨਾਂ ਦੇ ਮੂਹਰੇ ਵੀ ਅੱਖ ਚੱਕ ਪਾ ਕੇ ਦੇਖਣ ਜੋਗੇ ਨਹੀਂ ਰਹੇ। ਇਸ ਘਰ 'ਚ ਪੀਰਾਂ ਦੀ ਜਗ੍ਹਾ ਸੀ, ਜੋਤ ਲੱਗਦੀ ਸੀ ਇੱਥੇ, ਹਨਾ? ਪੱਕੀ ਪਹਿਲਾਂ ਤੋਂ ਹੀ ਆ ਜੀ ਇਹ ਜਗ੍ਹਾ? ਯਾਨੀ ਕਿ ਧਾਰਮਿਕ ਰਿਹਾ ਪਰਿਵਾਰ। ਇਹ ਵੀ ਕੋਈ ਸ਼ੱਕ ਨਹੀਂ ਵੀ ਆ ਭਾਣੇ 'ਚ ਰਹਿਣ ਵਾਲਾ ਪਰਿਵਾਰ ਆ, ਪਰ ਪਰ ਅੱਜ ਕੀ ਉਹ ਬਾਬਾ ਤੇਰੇ ਪਾਏ ਹੋਏ ਘੁੰਗਰੂ ਦੇਖ ਕੇ ਕੁਛ ਕਰ ਰਿਹਾ? ਕਿਉਂਕਿ ਤੂੰ ਜਿਹੜੇ ਘੁੰਗਰੂ ਆਪਦੇ ਗਿੱਟਿਆਂ 'ਚ ਪਾਏ ਸੀ, ਜਿਹੜੇ ਉਹ ਗੁੱਟਾਂ 'ਚ ਪਾ ਲਏ, ਸੂਈਆਂ ਵਾਲੇ, ਸਿੰਜਾਂ ਵਾਲੇ, ਉਹ ਘੁੰਗਰੂ ਹੈ ਜਿਹੜੇ, ਉਹ ਤਾਂ ਖੜਕਦੇ ਵੀ ਨਹੀਂ, ਵੱਜਦੇ ਵੀ ਨਹੀਂ। ਕੰਬਲ ਲਿਆ ਚੱਕ ਕੇ ਉਹਦੇ ਤੇ ਪਾ ਲਾਂਗੇ ਆਪਣੇ, ਇਹ ਸਾਫ਼ ਕੰਬਲ ਤੇ ਪਾ ਲਾਂਗੇ, ਗੰਦਾ ਵਾ ਕੰਬਲ। ਤੇ ਬਸ ਸਾਡੀ ਬੇਨਤੀ ਹੈ ਜੀ, ਸਾਡੇ ਜਜ਼ਬਾਤ ਆ ਜਿਹੜੇ ਬੜੇ ਲੰਬੇ ਹੋ ਜਾਂਦੇ, ਜਜ਼ਬਾਤੀ ਬੰਦੇ ਆ, ਪਤਾ ਨਹੀਂ ਲੱਗਦਾ ਕਿੰਨਾ ਟਾਈਮ ਬੋਲੀ ਜਾਂਦੇ ਆ। ਪ੍ਰਵੀਨ ਭੈਣੇ, ਅਸੀਂ ਇਹਨੂੰ ਵੀਰੇ ਨੂੰ ਨਾਲ ਲੈ ਕੇ ਜਾਵਾਂਗੇ, ਹਸਪਤਾਲ ਦਾਖਲ ਕਰਾਵਾਂਗੇ। ਤੁਸੀਂ, ਤੁਹਾਡਾ ਭਰਾ ਜਿਹੜਾ ਤੁਹਾਡੇ ਮੰਨ ਲਓ ਘਰ ਵਾਲਾ ਵਾ, ਇਹਦਾ ਭਰਾ, ਉਹ ਆ ਰਿਹਾ? ਹੋ ਗਈ ਗੱਲ? ਸੁਨੇਹਾ ਭੇਜਤਾ ਤੁਸੀਂ? ਉਹ ਮੁੰਡਾ ਅਜੇ ਆਇਆ ਨਹੀਂ ਹੈਗਾ ਜੀ। ਚਲੋ ਆਪਾਂ ਡੀਕ ਲੈਨੇ, ਕੋਈ ਨਹੀਂ ਆਪਾਂ ਡੀਕ ਲੈਨੇ ਆ। ਅਸੀਂ ਲੈ ਕੇ ਜਾਵਾਂਗੇ ਨਾਲ ਹੀ ਉਹਨੂੰ, ਕਿਉਂਕਿ ਅਸੀਂ ਦਾਖਲ ਕੱਲਿਆਂ ਨਹੀਂ ਕਰਾ ਸਕਦੇ, ਕਿਉਂਕਿ ਚਿੱਟੇ ਵਾਲਾ ਕੰਮ ਆ। ਜੇ ਹੁੰਦਾ ਨਾਰਮਲ ਕੋਈ ਮਰੀਜ਼, ਲੱਤ ਬਾਂਹ ਟੁੱਟੀ ਹੁੰਦੀ ਜਾਂ ਕੋਈ ਹੋਰ ਹੁੰਦੀ, ਤਾਂ ਅਸੀਂ ਇਕੱਲੇ ਵੀ ਲੈ ਜਾਂਦੇ, ਕਿਉਂਕਿ ਇਹਦਾ ਇਲਾਜ ਹੋਣਾ, ਉਹ ਪਰਿਵਾਰ ਦੇ ਇੱਕ ਮੈਂਬਰ ਦੀ ਲੋੜ ਆ, ਨਾਲ ਰਵੇ ਉਹ। ਅਸੀਂ ਇਹਨੂੰ ਨਵਾ ਧਵਾ ਕੇ ਹਸਪਤਾਲ ਦਾਖਲ ਕਰਾ ਦਾਂਗੇ, ਤੇ ਬਾਕੀ ਉਹ ਵਾਹਿਗੁਰੂ ਦੇ ਹੱਥ 'ਚ ਆ ਵੀ ਇਹਦੀ ਜ਼ਿੰਦਗੀ, ਹਨਾ? ਤੇ ਅਸੀਂ ਇੰਨਾ ਵਾ ਭੈਣ ਮੇਰੀਏ ਵੀ ਜੇ ਸਾਡੀ ਜਿਹੜੀ ਡਿਊਟੀ ਲਾਈ ਹੈ ਬਾਬਾ ਜੀ ਨੇ, ਤੁਸੀਂ ਸਾਨੂੰ ਵੀਡੀਓ ਪਹੁੰਚਾਈ, ਤੁਸੀਂ ਸਾਡੇ ਤੱਕ ਆਵਾਜ਼ ਪਹੁੰਚਾਈ, ਤੁਹਾਨੂੰ ਕਿਵੇਂ ਪਤਾ ਲੱਗਿਆ ਸਾਡੇ ਬਾਰੇ? ਕਿਸੇ ਨੇ ਦੱਸਿਆ ਸੀ? YouTube ਤੇ ਤੁਹਾਡੀਆਂ ਵੀਡੀਓਜ਼ ਇਹ ਤੁਸੀਂ ਦੇਖਦੇ ਹੋ ਪਹਿਲਾਂ ਹੀ। ਤੁਸੀਂ ਜਿਹੜੀ ਉਦੋਂ ਮੁੰਡੇ ਦੀ ਚਿੱਟੇ ਵਾਲੇ ਦੀ ਵੀਡੀਓ ਦੇਖੀ ਸੀ, ਉਹਦੇ ਤੋਂ ਪਤਾ ਲੱਗਿਆ ਜਿਹੜਾ ਕੈਂਪ 'ਚ ਆਇਆ ਸੀ। ਤੁਸੀਂ ਕਹਿੰਦੇ ਨਾ ਕੈਂਪ 'ਚ ਲੈ ਕੇ ਆਉਣਾ ਇਹਨੂੰ, ਤੁਸੀਂ ਕੈਂਪ 'ਚ ਲਿਆਉਣਾ ਸੀ ਇਹਨੂੰ? ਨਹੀਂ, ਉਹ ਵੀਰ ਜੀ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਕੱਲ ਕੈਂਪ ਲੱਗਣਾ ਮੈਂ। ਅੱਛਾ ਅੱਛਾ, ਹਾਂਜੀ, ਉਹ WhatsApp ਤੇ ਗੱਲ ਹੋਈ ਸੀ। ਕਿਸੇ ਨੇ ਦੱਸਿਆ ਹੋਣਾ ਨਾ। ਹਾਂ ਬੇਬੇ, ਅਸੀਂ ਪਾਉਂਦੇ ਰਹਿੰਦੇ ਆ। ਤੇ ਰਾਜਕੁਮਾਰ, ਹੁਣ ਤੈਨੂੰ ਇੱਥੋਂ ਚੱਕੀਏ ਤਾਂ ਕਿਹੜਾ ਕੰਬਲ ਨੂੰ ਹੱਥ ਪਾਈਏ ਥੱਲੇ? ਹਾਂ ਹਾਂ, ਜੀ ਉਹੀ ਕਰੂਗਾ ਹੁਣ। ਤੁਸੀਂ ਉਹ ਆ ਜਾਂਦਾ ਵਾ, ਨਹੀਂ ਕੀ ਕਰਨਾ ਮਤਲਬ? ਉਹ ਤਾਂ ਕੱਪੜੇ ਸਫਾਈ? ਨਹੀਂ ਅਸੀਂ ਕਰ ਲਾਂਗੇ ਸਫਾਈ, ਡਾਈਪਰ ਲਾ ਦਿੰਨੇ ਆ ਅਸੀਂ, ਕੋਈ ਚੱਕਰ ਨਹੀਂ ਹੈ। ਨਹੀਂ ਡਾਈਪਰ ਲਾ ਕੇ ਉੱਥੇ ਵੀ ਕਰਨੀ ਹੋਈ ਹੈ ਨਾ, ਇੱਥੇ ਵੀ ਕਰਾਂਗੇ। ਉੱਥੇ ਵੀ ਉਹਨਾਂ ਇੱਕ ਵਾਰੀ ਥੋੜੀ ਹੋਣਾ ਮੈਂ ਰਾਜਕੁਮਾਰ, ਹੱਥ ਨਾ ਜੋੜ, ਕੋਈ ਨਾ, ਤੂੰ ਭਰਾ ਵਾ ਸਾਡਾ। ਨਾ ਤੈਨੂੰ ਲਵੇਟ ਕੇ ਕੱਪੜਿਆਂ 'ਚ ਲੈ ਕੇ ਜਾਵਾਂਗੇ, 10 ਕੰਬਲਾਂ 'ਚ, ਫਿਕਰ ਨਾ ਕਰ ਤੂੰ। ਹਾਂ ਦੱਸ ਹੈਂ? ਨਹੀਂ ਕੱਪੜੇ ਅਸੀਂ ਚੇਂਜ ਕਰਾ ਕੇ, ਲੋਅਰ ਲਿਆ, ਪਜਾਮਾ ਲਿਆ ਚੱਕ ਕੇ, ਹਨਾ ਗੱਡੀ 'ਚੋਂ, ਤੇ ਕੋਟੀ ਕਾਟੀ ਲਿਆ ਚੱਕ ਕੇ, ਪਵਾ ਕੇ ਸਾਫ਼ ਕਰਕੇ ਲੈ, ਕਾਟਨ ਰੋਲ ਚੱਕ ਲਿਆ, ਡਾਈਪਰ ਚੱਕ ਲਿਆ, ਹਨਾ? ਤੇ ਅਸੀਂ ਇਹ ਸਾਰਾ ਇਸ ਵੀਰ ਦੇ ਕੱਪੜੇ ਵਗੈਰਾ ਬਦਲ ਕੇ ਇਹਨੂੰ ਆਪਣੇ ਨਾਲ ਸਾਡੇ ਸੁਪਨਿਆਂ ਦੇ ਘਰ ਹਸਨਪੁਰ ਲੈ ਕੇ ਜਾ ਰਹੇ ਹਾਂ ਜੀ।
ਤੇ ਬਸ ਤੁਸੀਂ ਸਾਰੇ ਅਰਦਾਸ ਕਰਿਓ ਇਹਦੀ ਵੀਰ ਦੀ ਜ਼ਿੰਦਗੀ ਹੈ ਜਿਹੜੀ ਵਾਹਿਗੁਰੂ ਬਖਸ਼ ਦੇਣ, ਉਹ ਭਗਵਾਨ, ਉਹ ਅੱਲਾ, ਉਹ ਰਾਮ ਬਖਸ਼ ਦੇਣ। ਥੱਲੇ ਦੇ ਪੱਲੀ ਉਧਰ ਵੀ ਜਾਂਦੀ ਆ। ਜਿਵੇਂ ਇਹਨੂੰ ਸਣੇ ਪੱਲੀ ਹੋਈ ਚੱਕ ਲਈਏ ਆਪਾਂ ਹਨਾ, ਤੇਰੇ ਥੱਲੇ ਦੀ ਅਸੀਂ ਏਦਾਂ ਕੰਬਲ ਨੰਗਾ ਲੈਂਦੇ ਆ, ਐਂ ਹੀ ਸਾਰਾ ਕੁਝ ਬਣਿਆ ਤਣੇ ਹੀ ਚੱਕ ਕੇ ਗੱਡੀ 'ਚ ਰੱਖ ਲੈਂਦੇ ਆ, ਠੀਕ ਹੈ ਨਾ। ਆ ਕੱਪੜਿਆਂ ਨੂੰ ਛੇੜਦੇ ਨਹੀਂ ਆਪਾਂ, ਐਂ ਹੀ ਲੈ ਚੱਲਦੇ ਆ। ਉੱਥੇ ਲਿਜਾ ਕੇ ਗਰਮ ਪਾਣੀ ਨਾਲ, ਤੇਰਾ ਭਰਾ ਵੀ ਨਾਲ ਜਾਊਗਾ, ਨਵਾ ਕੇ ਧੋ ਕੇ ਫਿਰ ਹਸਪਤਾਲ ਭੇਜਾਂਗੇ। ਐ ਥੋੜੀ ਹਸਪਤਾਲਾਂ ਦੇ ਡਾਕਟਰਾਂ ਨੇ ਤੈਨੂੰ ਹੱਥ ਵੀ ਨਹੀਂ ਲਾਉਣਾ ਜਿਹੜੇ ਹਾਲਾਤ ਆ ਤੇਰੇ, ਠੀਕ ਹੈ ਨਾ। ਹਾਂਜੀ ਹਾਂਜੀ, ਇਹਦਾ ਹੱਥ ਨਹੀਂ ਲਾਉਣਾ। ਕੋਈ ਗੱਲ ਨਹੀਂ ਆ ਲੈਣ ਦੋ ਆਉਂਦਾ ਕੋਈ ਨਾ, ਜਦ ਤੱਕ ਅਸੀਂ ਸੈਟਿੰਗ ਕਰਦੇ ਆ। ਇੱਥੇ ਆ ਰੋਹਨ, ਸਤਨਾਮ, ਰੋਹਨ ਆ ਇੱਥੇ ਪੁੱਤ, ਉਧਰੋਂ ਫੜ ਗਲਾਵਜ਼ ਕਿੱਥੇ ਤੇਰੇ, ਗਲਾਵਜ਼ ਪਾ ਲਾ ਕਾਕਾ, ਆ ਲੜ ਫੜ ਕੈਮਰੇ। ਹਾਂ ਕੋਈ ਨਾ, ਲੈਟਰਿਨ ਆ ਰਹੀ ਹੈ, ਕੋਈ ਨਾ ਕਰ ਕੋਈ ਨਾ, ਘਬਰਾ ਨਾ, ਤੈਨੂੰ ਲੈਟਰਿਨ ਨਹੀਂ ਰੋਕਦੇ ਕਰਨ ਅਸੀਂ। ਇਹਦੀ ਨਾ ਥੱਲੇ ਵਾਲੀ ਯਾਰ ਰਜਾਈ ਆ ਜਿਹੜੀ, ਇਹਦੇ ਥੱਲੇ ਦੀ ਕੱਢ ਲਾ ਕੰਬਲ, ਹੈਨਾ। ਆ ਕੰਬਲ ਆਪਣੇ ਵਾਲਾ ਇਹਦੇ ਥੱਲੇ ਦੀ ਕੱਢ ਲਾ। ਚੱਕ ਮਣਾ ਇਕੱਠਾ ਕਰ ਦੇ ਥੱਲੇ, ਹਾਂ ਇੱਥੇ ਲੈ। ਆ ਗੁੰਜੇ ਤੇ ਆ ਇੱਥੇ, ਉਰੇ ਨੂੰ ਪਲਟੀ ਮਾਰ ਲਾ, ਉਰੇ ਨੂੰ ਮਾਰ ਲਾ ਪਲਟੀ ਰਾਜਕੁਮਾਰ। ਕੋਈ ਨਾ, ਖਿੱਚ ਲਾ ਕੰਬਲ ਫੜ ਕੇ, ਖਿੱਚ ਲਾ। ਓਹੋ ਥੱਲੇ ਸਾਰਾ ਕੁਝ ਗਿੱਲਾ ਹੋਇਆ ਪਿਆ ਹਨਾ, ਖਿੱਚ ਲਾ ਕੰਬਲ ਫੜ ਕੇ ਹਨਾ। ਆ ਫਾਲਤੂ ਜਿਹੜੇ ਕੱਪੜੇ ਆ ਨਾ ਸਾਰੇ ਕੱਢ ਦੇ ਇੱਥੇ। ਆ ਵੀ ਕੱਢ ਦੇ, ਬਾਹਰ ਬਾਹਰ ਸਾਰਾ ਗੰਦ ਨਾਲ ਲਿਬੜਿਆ ਹੋਇਆ ਲੈਟਰੀਨ ਨਾਲ, ਕੱਢ ਦੀ। ਆ ਕੱਢ ਦੇ ਕੱਲਾ, ਖਿੱਚ ਦੇ ਖਿੱਚ ਕੇ ਕੱਢ ਦੇ। ਕਿੰਨੇ ਦਿਨਾਂ ਤੋਂ ਇਦਾਂ ਹੀ ਪਿਆ ਲੈਟਰੀਨ ਨਾਲ ਲਿਬੜਿਆ ਹੋਇਆ। ਆ ਵੀ ਕੱਢ ਦੇ ਕੰਬਲ 'ਚ ਗੰਦਾ ਜਿਹਾ, ਜਾਂ ਵਿੱਚ ਇਕੱਲੇ ਕਰਕੇ ਰੱਖ ਦੇ। ਤੇ ਕੱਢ ਦੇ, ਹੁਣ ਨਿਕਲ ਗਿਆ ਹੁਣ ਕੱਢ ਦੇ। ਹੱਡੀਆਂ ਦੀ ਇੱਕ ਮੁੱਠ ਬਣਿਆ ਪਿਆ ਇਹ ਰਾਜਕੁਮਾਰ। ਨਹੀਂ ਨੰਗਾ ਨਹੀਂ ਕਰਦੇ ਤੈਨੂੰ, ਆ ਕੱਲਾ ਕੰਬਲ ਚ ਕੱਢਣਾ ਥੱਲੇ ਵਾਲਾ, ਆ ਗੰਦਾ ਕੰਬਲ ਕੱਢ ਦੇ, ਆ ਵਾਲਾ ਮੈਂ ਪਰਦਾ ਕਰਕੇ ਰੱਖਦਾ। ਖਿੱਚਦੇ ਆ ਕੰਬਲ, ਖਿੱਚ ਦੇ ਛੱਡ ਦੇ ਖਿੱਚਣਾ, ਤੂੰ ਢਕਿਆ ਹੋਇਆ, ਤੈਨੂੰ ਫਿਕਰ ਨਾ ਕਰ। ਆ ਵੀ ਕੱਢ ਦੇ ਨੀਲਾ ਜਾ। ਨਹੀਂ ਕੋਈ ਨੰਗਾ ਨਹੀਂ ਕਰਦੇ ਤੈਨੂੰ ਅਸੀਂ, ਇਕੱਲਾ ਇੱਕ ਕੰਬਲ ਜਿਹੜਾ ਸਾਫ਼ ਜਿਹਾ ਉਹ ਰੱਖਾਂਗੇ ਉੱਪਰ ਤੇਰੇ। ਕੱਢ ਦੇ ਬੜੇ ਗੰਦੇ ਆ ਕੰਬਲ। ਗਲਾਸ ਪਾ ਲੈ ਕਾਕਾ, ਕੱਢ ਦੇ ਸਾਰਾ ਕੁਛ। ਉਹ ਵਾਹਿਗੁਰੂ, ਖੜ ਜੀ, ਆ ਲੜ ਫੜ। ਹਾਂ ਆ ਜਾਂਦਾ, ਫਿਕਰ ਨਾ ਕਰ, ਗੱਡੀ 'ਚ ਬੈਠੇ ਆਪਾਂ, ਕਿਤੇ ਚੱਲੇ ਆ। ਹੇ ਵਾਹਿਗੁਰੂ, ਇੰਨੀ ਜ਼ਿਆਦਾ ਸਮੈਲ ਆ ਰਹੀ ਹੈ ਜੀ, ਅਸੀਂ ਬਿਆਨ ਨਹੀਂ ਕਰ ਸਕਦੇ। ਤੇ ਭਾਰ ਇਹਦਾ 10 ਕਿਲੋ 15 ਕਿਲੋ ਹੀ ਰਹਿ ਗਿਆ। ਤੇ ਆ ਵਿਹੜਾ, ਕੱਚਾ ਵਿਹੜਾ, ਤੇ ਵਿਹੜੇ ਦੇ ਵਿੱਚ ਪਏ ਕੁਛ ਕੱਪੜੇ ਤੇ ਮੰਗਵੇਂ ਭਾਂਡੇ, ਤੇ ਆ ਬੀਹੀ ਪਤਲੀ ਜੀ ਗਲੀ ਜਾਂਦੀ ਹੈ ਜਿਹੜੀ ਰਾਜਕੁਮਾਰ ਦੇ ਉਸ ਘਰ ਨੂੰ, ਜਿਹਦੇ ਵਿੱਚ ਕਦੇ ਸਿਹਰੇ ਬੰਨੇ ਹੋਣਗੇ, ਕਦੇ ਖੁਸਰੇ ਨੱਚੇ ਹੋਣਗੇ, ਕਿਤੇ ਲੋਹੜੀ ਮਨਾਈ ਗਈ ਹੋਊਗੀ। ਪਰ ਅੱਜ ਮੌਤ ਵਰਗਾ ਸਨਾਟਾ ਛਾਇਆ ਹੋਇਆ। ਇੱਧਰ ਨੂੰ ਹੋ ਜਾਓ ਵੀਰੇ, ਐ ਨੂੰ ਘੁੰਮ ਜਾਓ, ਹਾਂ ਉੱਤੇ ਹੋਇਆ ਸਤਨਾਮ। ਸੰਗਤ ਵੱਲੋਂ ਭੇਜਿਆ ਕੰਬਲ ਜਿਹੜੇ ਇਸ ਤਰ੍ਹਾਂ ਦੀਆਂ ਸਰੀਰਕ ਅਵਸਥਾਵਾਂ ਦੇ ਵਿੱਚ ਪਏ ਸਾਡੇ ਰਾਜਕੁਮਾਰਾਂ ਨੂੰ
ਨਿੱਘ ਦਾ ਅਹਿਸਾਸ ਕਰਾਉਂਦੇ ਨੇ। ਅੱਜ ਬੜੇ ਭਰੇ ਮਨ ਨਾਲ, ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਵੀ ਮਾਵਾਂ ਦੇ ਰਾਜਕੁਮਾਰ ਪੁੱਤ ਜਿਨ੍ਹਾਂ ਦਾ ਨਾਮ ਰਾਜਕੁਮਾਰ ਰੱਖਿਆ ਸੀ ਇਹਦੀ ਮਾਂ ਨੇ, ਤਾਂ ਉਹਦੇ ਮਨ ਦੀ ਅਵਸਥਾ ਕੀ ਰਹੀ ਹੋਊ ਉਸ ਮਾਂ ਦੀ, ਉਸ ਜੰਮਣ ਵਾਲੀ ਮਾਂ ਦੀ ਮਨ ਦੀ ਅਵਸਥਾ ਕੀ ਹੋਊ ਜਦੋਂ ਇਹਦਾ ਨਾਮ ਰਾਜਕੁਮਾਰ ਰੱਖਿਆ ਸੀ ਉਹਨੇ, ਹਨਾ। ਪਰ ਢੱਕ ਦਿੰਦੇ ਆ, ਕੋਈ ਨਾ ਢੱਕਦੇ ਆ। ਪਰ ਅੱਜ ਇਸ ਰਾਜਕੁਮਾਰ ਦੇ ਹਾਲਾਤ ਨੂੰ ਦੇਖ ਕੇ ਅੱਜ ਉਹ ਜਿਉਂਦੀ ਤਾਂ ਹੈ ਨਹੀਂ ਵਿਚਾਰੀ, ਪਰ ਜੇ ਕਿਤੇ ਉਹ ਦੇਖ ਰਹੀ ਹੋਊਗੀ ਉਹ ਵੀ ਕੋਸਦੀ ਹੋਊਗੀ ਆਪਣੀ ਕਿਸਮਤ ਨੂੰ, ਆਪਣੇ ਇਸ ਪੁੱਤ ਦੀ ਕਿਸਮਤ ਨੂੰ, ਵੀ ਕਿੱਥੇ ਕਿਵੇਂ ਕਿੱਦਾਂ ਇਹ ਹਾਲਾਤ ਬਣ ਗਏ ਸਾਰੇ। ਅੱਜ ਮੇਰਾ ਰਾਜਕੁਮਾਰ ਕਿਹੜੇ ਹਾਲਾਤਾਂ 'ਚ ਪਹੁੰਚ ਗਿਆ। ਇਹਦੇ ਪਿੱਛੇ ਵੀ ਉਹਨਾਂ ਮਾਵਾਂ ਦੀਆਂ ਅਸੀਸਾਂ ਨਹੀਂ, ਦਰਸੀਸਾਂ ਮਿਲਦੀਆਂ ਤੁਹਾਨੂੰ। ਸਾਡੇ ਲੀਡਰਾਂ ਨੂੰ, ਸਾਡੇ ਸਿਸਟਮ ਨੂੰ ਚਲਾਉਣ ਵਾਲਿਆਂ ਨੂੰ ਇਹਨਾਂ ਮਾਵਾਂ ਦੀਆਂ ਦਰਸੀਸਾਂ ਮਿਲਦੀਆਂ, ਕਿਉਂਕਿ ਇਹ ਢਿੱਡੋਂ ਅੰਦਰਾਂ ਤੋਂ ਇਹ ਦੁਖੀ ਨੇ ਜਿਨ੍ਹਾਂ ਦੇ ਪੁੱਤ ਏਦਾਂ 20 ਕਿਲੋ ਦੇ ਹੋਏ ਪਏ ਨੇ, ਹੱਡੀਆਂ ਦੇ ਪਿੰਜਰ ਬਣ ਗਏ, ਤੇ ਉਹਨਾਂ ਦੇ ਮਰਨ ਦਾ ਇੰਤਜ਼ਾਰ ਕਰਦੀਆਂ। ਤੇ ਜਿੱਦਣ 70 ਬਹਿ ਜਾਊਗਾ, 4 ਬੰਦੇ ਆ ਕੇ ਬਹਿ ਕੇ ਅਫਸੋਸ ਕਰ ਜਾਣਗੇ, ਤੇ ਇਹਦਾ ਸਰੀਰ ਚੱਕ ਕੇ ਉੱਥੇ 2 ਮਣ ਲੱਕੜਾਂ ਦੇ ਹੇਠ ਰੱਖ ਕੇ ਉਹਨੂੰ ਫੂਕ ਕੇ ਆਉਣਗੇ, ਤੇ ਇਹਦੀ ਮੌਤ ਤੇ ਵੀ ਆ ਕੇ ਲੋਕ ਕਹਿਣਗੇ ਬੜਾ ਚੰਗਾ ਹੁੰਦਾ ਸੀ। ਕਿਉਂਕਿ ਸਾਡੇ ਸਮਾਜ ਦੀ ਇੱਕ ਸ਼ਰਮ ਆ, ਇੱਕ ਅੱਖ ਦੀ ਸ਼ਰਮ ਆ, ਮਾੜੇ ਨੂੰ ਵੀ ਅਸੀਂ ਉਹਦੀ ਮੌਤ ਤੋਂ ਬਾਅਦ ਮਾੜਾ ਨਹੀਂ ਕਹਿੰਦੇ, ਦੁਸ਼ਮਣ ਨੂੰ ਵੀ ਅਸੀਂ ਮਾੜਾ ਨਹੀਂ ਕਹਿੰਦੇ, ਪਰ ਸਾਡੇ ਸਿਆਸੀ ਲੀਡਰਾਂ ਦੀ ਮੌਤ ਆ ਜਿਹੜੀ ਉਹ ਹੋਈ ਆ। ਇਹ ਰਾਜਕੁਮਾਰ ਦੀ ਹਾਲਾਤ ਨਹੀਂ, ਇਹ ਸਾਡੇ ਉਹਨਾਂ ਲੀਡਰਾਂ ਦੇ ਹਾਲਾਤ ਨੇ ਜਿਹੜੇ ਪਿਛਲੇ 20 ਸਾਲ 'ਚ, ਜਦੋਂ ਦਾ ਇਹ 15-20 ਸਾਲਾਂ ਦੇ ਵਿੱਚ ਚਿੱਟੇ ਦਾ ਕਹਿਰ ਪੰਜਾਬ ਦੇ ਵਿੱਚ, ਪੰਜਾਬ ਦੇ ਉੱਪਰ ਟੁੱਟਿਆ, ਜਦੋਂ ਚਿੱਟੇ ਦਾ 6ਵਾਂ ਦਰਿਆ ਉਸ 5 ਦਰਿਆਵਾਂ ਦੀ ਧਰਤੀ ਤੇ ਵਗਿਆ, ਉਦੋਂ ਉਹਨਾਂ ਲੀਡਰਾਂ ਦੇ ਘਰਾਂ ਦੇ ਵਿੱਚ 70 ਬੈਠ ਗਏ ਸੀ, ਮੌਤਾਂ ਹੋ ਗਈਆਂ ਸੀ। ਕਿਉਂਕਿ ਲੀਡਰ ਦਾ ਪੁੱਤ ਨਹੀਂ ਮਰਦਾ ਚਿੱਟੇ ਨਾਲ, ਗਰੀਬ ਦਾ ਮਰਦਾ। ਜੇ ਕਿਸੇ ਚੰਗੇ ਘਰ ਦਾ ਪੁੱਤ ਚਿੱਟੇ ਦੇ ਲੱਗ ਜੂ, ਉਹ ਤਾਂ ਆਪਦੇ ਘਰ ਦੇ ਉਸ ਹਾਲਾਤਾਂ ਦੇ ਵਿੱਚੋਂ ਪੈਸੇ ਕੱਢ ਕੇ ਆਪਦਾ ਚਿੱਟਾ ਲਾ ਲੂਗਾ, ਸ਼ੌਂਕ ਪੂਰਾ ਕਰ ਲੂ, ਨਸ਼ਾ ਕਰ ਲੂ। ਗਰੀਬ ਦਾ ਪੁੱਤ ਭਾਂਡੇ ਵੇਚੂ, ਲੋਕਾਂ ਦੇ ਵੇਚੂ। ਬਾਪੂ ਦੱਸਦਾ ਹਟਿਆ 2900 ਰੁਪਇਆ ਖੋਹਣ ਦੇ ਲਈ ਚਾਕੂ ਮਾਰਿਆ ਮੱਥੇ ਤੇ, ਸਾਈਕਲ ਵੀ ਖੋ ਕੇ ਲੈ ਗਏ, 2900 ਰੁਪਇਆ ਵੀ ਖੋ ਕੇ ਲੈ ਗਏ। ਫਿਰ ਇਹ ਸਾਡੇ ਗਰੀਬਾਂ ਦੇ ਜਿਹੜੇ ਪੁੱਤ ਆ ਨਸ਼ਿਆਂ ਤੇ ਲੱਗ ਗਏ, ਨਸ਼ੇ ਦੀ ਪੂਰਤੀ ਲਈ ਹਰ ਰੋਜ਼ ਇਹ ਹਨੇਰੀਆਂ ਗਲੀਆਂ 'ਚ ਖੜ ਕੇ, ਖੂੰਜਿਆਂ ਤੇ ਖੜ ਕੇ, ਮੂੰਹ ਬੰਨ੍ਹ ਕੇ ਆਪਣੀਆਂ ਹੀ ਮਾਵਾਂ ਭੈਣਾਂ ਨੂੰ, ਆਪਣੇ ਬਜ਼ੁਰਗਾਂ ਨੂੰ ਲੁੱਟਦੇ ਆ, ਆਪਦੇ ਭਰਾਵਾਂ ਨੂੰ ਹੀ ਲੁੱਟਦੇ ਆ। ਅਮੀਰਾਂ ਨੂੰ ਨਹੀਂ, ਗਰੀਬਾਂ ਨੂੰ, ਦਿਹਾੜੀਦਾਰਾਂ ਨੂੰ, ਮਜ਼ਦੂਰਾਂ ਨੂੰ ਲੁੱਟਦੇ ਆ। ਸਾਡੇ ਕੋਲੇ ਸੋਢੀਆਂ ਸੰਧਰਾ ਪਿੰਡ ਤੋਂ ਇੱਕ ਹੁਸ਼ਿਆਰਪੁਰ ਤੋਂ ਨੌਜਵਾਨ ਆਇਆ, ਸਰਬਣ ਸਿੰਘ। ਉਹਦਾ ਗਰਦਨ ਦੇ ਵਿੱਚ ਐਡਾ ਵੱਡਾ ਹੋਲ ਸੀਗਾ, ਉਹਦੇ ਚਾਕੂ ਮਾਰਿਆ ਕਿਸੇ ਨੇ 750 ਰੁਪਏ ਪਿੱਛੇ, 350 ਰੁਪਏ ਪਿੱਛੇ। ਤੇ ਇੱਕ ਉਹ ਰੇਡੂਆ ਸੀ ਉਹਦੇ ਕੋਲੇ, ਤੇ ਇੱਕ 350 ਰੁਪਇਆ ਦਿਹਾੜੀ ਲਾ ਕੇ ਆਇਆ ਸੀ। ਉਹ ਤੋਂ ਖੋ ਕੇ ਲੈ ਗਏ, ਤੇ ਉਹਨੇ 350 ਰੁਪਏ ਪਿੱਛੇ ਜਿੱਦੋ ਜਹਿਦ ਕੀਤੀ, ਮੈਂ ਨਹੀਂ ਦੇਣੇ। ਉਹਨਾਂ ਨੇ ਉਹਦੇ ਗਲ ਤੇ ਚਾਕੂ ਮਾਰਿਆ, ਤੇ ਜਿਹਦੇ ਘਰੇ ਉਹ ਮਜ਼ਦੂਰ ਕੰਮ ਕਰਦਾ ਸੀ, ਪਰਦੇਸੀ ਬੰਦਾ ਸੀ, ਉਹ ਹਸਪਤਾਲ ਲੈ ਗਿਆ ਚੱਕ ਕੇ। ਹਸਪਤਾਲ ਵਾਲੇ ਕਹਿੰਦੇ 3 ਲੱਖ ਰੁਪਇਆ ਖਰਚਾ ਆਊ, ਇਹਦੀ ਵੋਕਲ ਕੱਟੀ ਗਈ ਆ, ਤੇ ਇਹਦੀ ਫੂਡ ਪਾਈਪ ਵੀ ਕੱਟੀ ਗਈ ਆ, ਆਪਰੇਸ਼ਨ ਹੋਊ। ਤੇ ਉਹਨੇ ਡਾਕਟਰ ਨੂੰ ਪੁੱਛਿਆ ਬਾਜੂ, ਡਾਕਟਰ ਕਹਿੰਦਾ ਚਾਂਸ ਬਹੁਤ ਘੱਟ ਆ। ਉਹਨੇ ਲਿਆ ਕੇ ਆਪਣੇ ਪਸ਼ੂਆਂ ਵਾਲੇ 'ਚ ਪਾਤਾ ਵੀ ਚਲੋ ਮਰ ਜੂਗਾ, ਫੂਕ ਦਾਂਗੇ। ਅੱਗੇ ਪਿੱਛੇ ਤਾਂ ਉਹਦੇ ਕੋਈ ਹੈ ਨਹੀਂ ਸੀ। 14 ਦਿਨ ਉਹ ਬੰਦਾ ਘਰ 'ਚ ਪਿਆ, ਉਹਨੂੰ ਦੁੱਧ ਦੇ ਦਿੰਦੇ ਸੀ, ਚਾਹ ਦੇ ਦਿੰਦੇ ਸੀ, ਉਹ ਇੱਥੋਂ ਦੀ ਅੱਧਾ ਨਿਕਲ ਜਾਂਦਾ ਸੀ, ਅੱਧਾ ਪੀ ਗਿਆ ਉਹਦਾ ਜਿਗਰਾ। 14 ਦਿਨਾਂ ਬਾਅਦ ਸਾਨੂੰ ਪਤਾ ਲੱਗਿਆ, ਸਾਡੇ ਕੋਲ ਇੱਥੇ ਲੈ ਕੇ ਆਏ, ਉਹਦਾ ਵੀਰ ਦਾ ਆਪਰੇਸ਼ਨ ਹੋਇਆ।
ਉਹਨੇ ਬੋਲ ਵੀ ਨਹੀਂ ਸੀ ਹੁੰਦਾ, ਕਿਉਂਕਿ ਜਿੰਨਾ ਬੋਲਦਾ ਇੱਥੋਂ ਦੀ ਹਵਾ ਹੀ ਬਾਹਰ ਆਉਂਦੀ ਸੀ। ਤੇ ਜਿੱਦਣ ਉਹਦਾ ਆਪਰੇਸ਼ਨ ਹੋਇਆ ਤੇ ਉਹਨੇ ਬੋਲ ਕੇ ਦੱਸੀ ਗੱਲ ਵੀ ਮੇਰੇ ਤੋਂ 350 ਰੁਪਇਆ ਖੋਣ ਪਿੱਛੇ ਮੂੰਹ ਬੰਨੇ ਹੋਏ ਚੰਗੇ ਹੱਡੇ ਕੱਟੇ ਨੌਜਵਾਨ ਨਸ਼ੇ ਦੀ ਪੂਰਤੀ ਲਈ ਮੈਨੂੰ ਲੁੱਟ ਕੇ ਲੈ ਗਏ, ਮੇਰਾ ਰੇੜੂਆ ਖੋ ਕੇ ਲੈ ਗਏ, 350 ਰੁਪਇਆ ਲੈ ਗਏ। ਮੈਂ ਛੱਡਦਾ ਨਹੀਂ ਸੀ, ਮੈਂ ਦਿੰਦਾ ਨਹੀਂ ਸੀ। ਉਹਨੇ ਮੇਰੇ ਗਲ ਤੇ ਚਾਕੂ ਮਾਰਿਆ। ਆਹ ਹਾਲਾਤ ਆ ਸਾਡੇ ਪੰਜਾਬ ਦੇ। ਆ ਕੁਝ ਦਿਨ ਪਹਿਲਾਂ ਲੁਧਿਆਣੇ ਤੋਂ ਸਾਡੇ ਕੋਲੇ ਬੰਦਾ ਆਇਆ, ਜਵਾਹਰ ਨਗਰ ਕੈਂਪ ਤੋਂ, ਉਹਦੇ ਢਿੱਡ ਦੇ ਵਿੱਚ ਚਾਕੂ ਮਾਰਿਆ ਹੋਇਆ ਕਿਸੇ ਨੇ। ਉਹ ਥਾਣੇ ਚਲਿਆ ਗਿਆ, ਪੁਲਿਸ ਵਾਲੇ ਵੀ ਕਹਿੰਦੇ ਅਸੀਂ ਨਹੀਂ ਕੁਛ ਕਰ ਸਕਦੇ। ਉਹ ਸਿਵਲ ਹਸਪਤਾਲ ਚਲਿਆ ਗਿਆ, ਉਹ ਵੀ ਕਹਿੰਦੇ ਅਸੀਂ ਨਹੀਂ ਕੁਛ ਕਰ ਸਕਦੇ। ਉਹ ਉਵੇਂ ਹੀ ਪਾਟਿਆ ਹੋਇਆ ਢਿੱਡ ਲੈ ਕੇ ਸਾਡੇ ਕੋਲੇ ਆ ਗਿਆ। ਅਸੀਂ ਹਸਪਤਾਲ ਦਾਖਲ ਕਰਾਇਆ, MLC ਕਟਾਈ, ਉਹਦਾ ਆਪਰੇਸ਼ਨ ਕਰਾਇਆ ਤਾਂ ਬਚਿਆ। ਉਹਦੇ ਕੋਲੋਂ ਵੀ ਆ 350 ਰੁਪਇਆ ਖੋਣ ਲਈ। ਆ ਰਾਹਗੀਰ ਬਾਈ ਖੜ ਕੇ ਸਾਨੂੰ ਦੇਖ ਕੇ ਖੜ ਗਏ। ਬਾਈ ਕੀ ਲੱਗਦਾ ਪੰਜਾਬ 'ਚ ਚਿੱਟੇ ਦਾ ਕਿਵੇਂ ਆ ਤੁਹਾਡੇ ਹਿਸਾਬ ਨਾਲ? ਬਾਈ ਉਰੇ ਆਇਓ ਮਾੜਾ ਜਿਹਾ ਸਰਦਾਰ ਜੀ। ਆਪਾਂ ਵੀ ਇਸ ਉਮਰ 'ਚੋਂ ਨਿਕਲ ਰਹੇ ਆ ਯਾਰ, ਆਪਣੇ ਵੀ ਬੱਚੇ ਵੱਡੇ ਹੋ ਰਹੇ ਆ, ਡਰ ਲੱਗਦਾ? ਕਰਦਾ ਹੀ ਆ ਚਿੱਟਾ ਲਾਉਂਦਾ, ਮਤਲਬ ਉਹ ਤਾਂ ਕਹਿੰਦਾ ਨਹੀਂ ਲਾਉਂਦਾ ਜੀ, ਹਾਂ ਸਾਨੂੰ ਐ ਵੀ ਲਾਉਂਦਾ। ਬਾਈ ਜਿਵੇਂ ਹੁਣ ਤੁਹਾਡੇ ਵੀ ਬੱਚੇ ਵੱਡੇ ਹੋ ਰਹੇ ਹੋਣੇ ਆ ਨਾ, ਬੱਚੇ ਹੈਗੇ ਆ? ਹਾਂ, ਡਰ ਲੱਗਦਾ ਦੇਖ ਕੇ ਵੀ ਗਾਂ ਸਾਡੇ ਬੱਚਿਆਂ ਦਾ ਕੀ ਹਾਲ ਹੋ। ਬਾਈ ਕਿਵੇਂ ਲੱਗਦਾ? ਰੁਕਣਾ ਚਾਹੀਦਾ ਬਾਈ। ਅੱਜ ਤੋਂ 5 ਸਾਲ ਪਹਿਲਾਂ ਸਹੁੰ ਖਾਧੀ ਸੀ ਗੁਟਕਾ ਸਾਹਿਬ ਦੀ। ਅੱਜ ਜਦੋਂ ਵੋਟਾਂ ਦੁਬਾਰਾ ਮੰਗਣੀਆਂ ਉਹਨੂੰ ਪਾਸੇ ਕਰਤਾ, ਹੋਰ ਆ ਗਿਆ ਮੂਹਰੇ। ਉਹ ਕਹਿੰਦਾ ਜੀ ਇਹ ਤਾਂ ਝੂਠਾ ਸੀ, ਮੈਂ ਸੱਚਾ ਵਾਂ। ਬਾਈ ਚਿੱਟਾ ਘਟ ਰਿਹਾ ਕਿ ਵੱਧ ਰਿਹਾ? ਇੱਥੇ ਆਸ-ਪਾਸ ਵਿਕਦਾ ਕਿ ਨਹੀਂ ਵਿਕਦਾ? ਬਹੁਤ ਵਿਕਦਾ ਚਿੱਟੀ, ਘਰੋਂ ਘਰੀ ਦੇ ਕੇ ਜਾਂਦੇ ਨੇ ਆ ਕੇ। ਚਿੱਟੇ ਵਾਲੇ ਬਹੁਤ ਫਿਰਦੇ ਆ ਜੀ। ਬਾਈ ਜਿਹੜੀ ਜੀਭ ਥੱਲੇ ਰੱਖਣ ਵਾਲੀ ਗੋਲੀ ਆ, ਤੁਹਾਨੂੰ ਕੀ ਲੱਗਦਾ ਵੀ ਉਹ ਨਸ਼ਾ ਵਾ ਕਿ ਦਵਾਈ ਆ? ਬਹੁਤ ਉਹ ਨਸ਼ਾ ਆ ਜੀ। ਉਹ ਦਵਾਈ ਨਹੀਂ ਹੈਗੀ। ਹਸਪਤਾਲ ਜਿਹੜੇ ਵੇਚਦੇ ਉਹ ਵੀ ਨਸ਼ਾ ਜੀ। ਉਹ ਨਸ਼ਾ, ਉਹ ਵੀ ਨਸ਼ਾ ਆ। ਇਹ ਤਾਂ ਨਸ਼ਾ ਲਾਉਂਦੇ ਆ, ਛਡਾਉਂਦੇ ਥੋੜੀ। ਛਡਾਉਂਦੇ ਨਹੀਂ ਜੀ ਬਾਈ ਜੀ। ਸਾਡੇ ਲੇਬਰ ਵਾਲੇ ਮਜ਼ਦੂਰ ਬੰਦੇ ਜਿਹੜੇ ਸਵੇਰੋਂ ਦਿਹਾੜੀ ਜਾਂਦੇ ਆ, ਪਹਿਲਾਂ ਉੱਥੇ ਜਾਂਦੇ ਆ ਹਸਪਤਾਲਾਂ 'ਚ, ਉੱਥੇ ਲਾਈਨਾਂ ਲੱਗ ਜਾਂਦੀਆਂ ਉਹਨਾਂ ਦੀਆਂ। ਉੱਥੋਂ ਉਹਨਾਂ ਨੂੰ 2 ਗੋਲੀਆਂ ਦਿੰਦੇ ਨੇ, 4 ਗੋਲੀਆਂ ਦਿੰਦੇ ਨੇ, ਫੇਰ ਉਹ ਖਾਂਦੇ ਨੇ, ਫੇਰ ਉਹ ਦਿਹਾੜੀ ਜਾਂਦੇ ਨੇ, ਫਿਰ ਉਹ 300 ਰੁਪਇਆ ਕਮਾ ਕੇ ਘਰੇ ਲੈ ਕੇ ਆਉਂਦੇ ਨੇ। ਸਵੇਰੇ ਉੱਠ ਕੇ ਫੇਰ ਉਸ ਲਾਈਨ 'ਚ ਜਾ ਕੇ ਖੜ ਜਾਂਦੇ ਨੇ ਜਿੱਥੇ ਉਹਨਾਂ ਨੂੰ ਉਹ ਫ੍ਰੀ ਨਸ਼ਾ, ਉਹ ਫ੍ਰੀ ਜ਼ਹਿਰ ਸਰਕਾਰ ਖੁਦ ਆਪ ਦਿੰਦੀ ਆ। ਇਹ ਸਾਡੇ ਪੰਜਾਬ ਦੇ ਹਾਲਾਤ ਆ। ਪਰ ਅੱਜ ਬੋਰਡ ਲੱਗੇ ਦੇਖੋ ਲੁਧਿਆਣੇ ਸ਼ਹਿਰ 'ਚ, ਨਵਾਂ ਪੰਜਾਬ, ਨਵੀਂ ਉਮੀਦ। ਬਈ ਕਾਹਦਾ ਨਵਾਂ ਪੰਜਾਬ ਆ, ਕਾਹਦੀ ਨਵੀਂ ਉਮੀਦ ਆ ਯਾਰ? ਆ ਬਾਈਆਂ ਦੇ ਲਟਕੇ ਹੋਏ ਚਿਹਰੇ ਦੇਖੋ, ਆ ਨੌਜਵਾਨਾਂ ਦੀਆਂ ਕੰਨਾਂ ਦੇ ਵਿੱਚ ਪਾਈਆਂ ਮੁੰਦੀਆਂ ਆਪਣੇ ਆਪ 'ਚ ਬਿਆਨ ਕਰਦੀਆਂ। ਆ ਪਿੱਛੇ ਵੀਰ ਹੁਣੀ ਖੜੇ ਆ ਨੌਜਵਾਨ। ਬਾਈ ਨੌਕਰੀ ਕਰਦਾ ਕੋਈ ਸਰਕਾਰੀ? ਅੱਛਾ, ਕਿੰਨੀ ਤਨਖਾਹ ਤੇਰੀ? ਹੈ 12,500। ਪ੍ਰਾਈਵੇਟ ਨੌਕਰੀ ਕਰਦਾ? ਕਿੰਨਾ ਪੜਿਆ? ਹਾਈ ਸਕੂਲ ਹੈ 12 ਕਲਾਸ। ਤੂੰ ਵੀਰੇ ਫੈਕਟਰੀ 'ਚ ਕੰਮ ਕਰਦੇ ਆ। ਇੱਥੇ ਘਰਾਂ 'ਚ ਨਿੱਕੀਆਂ ਨਿੱਕੀਆਂ ਫੈਕਟਰੀਆਂ ਗਲੀਆਂ ਦੇ ਵਿੱਚ, ਇੱਥੇ ਹਰ ਬੰਦਾ ਕਮਾ ਕੇ ਖਾਂਦਾ, ਮਜ਼ਦੂਰ ਬੰਦਾ। ਤੇ ਪਰ ਇੱਥੇ ਰਾਜਕੁਮਾਰ ਵੀ ਪਿਆ ਵਾ, ਇਹ ਵੀ ਕਮਾਉਂਦਾ ਸੀ ਵਧੀਆ, 1.5 ਕੁਆਂਟਲ ਦੀ ਗੱਠ ਚੱਕ ਕੇ ਟਰਾਲੀ 'ਚ ਲੱਦ ਦਿੰਦਾ ਸੀ। ਪਰ ਅੱਜ ਉਹਦਾ ਵਜਨ ਆ ਜਿਹੜਾ, ਉਹ ਵੀ 20-25 ਕਿਲੋ ਰਹਿ ਗਿਆ, ਹੱਡੀਆਂ ਦਾ ਪਿੰਜਰ ਬਣ ਗਿਆ ਚਿੱਟੇ ਦੇ ਕਾਰਨ। ਅਸੀਂ ਇਹਨੂੰ ਵੀਰੇ ਨੂੰ ਨਾਲ ਲੈ ਕੇ ਜਾ ਰਹੇ ਹਾਂ। ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੀ ਲੋੜ ਆ। ਵੀਡੀਓ ਪਾਉਣ ਦਾ ਮਕਸਦ ਇੰਨਾ ਹੀ ਆ ਵੀ ਲੋਕ ਅਵੇਅਰ ਹੋ ਸਕਣ। ਜੇ ਕਿਸੇ ਹੋਰ ਦੇ ਘਰ 'ਚ ਰਾਜਕੁਮਾਰ ਪਿਆ ਜਾਂ ਬੈਠਾ, ਜਾਂ ਅੱਜ ਤੁਰਿਆ ਫਿਰਦਾ, ਜਾਂ ਅੱਜ ਚਿੱਟੇ ਤੇ ਲੱਗਿਆ ਹੀ ਆ, ਹਜੇ ਅੱਜ ਉਹਨੇ ਪਹਿਲਾ ਟੀਕਾ ਹੀ ਲਾਇਆ, ਜਾਂ ਸੋਚ ਰਿਹਾ ਲਾਉਣ ਬਾਰੇ, ਉਹ ਦੇਖੋ ਹਸ਼ਰ ਹੋਣਾ ਕੀ ਆ ਤੁਹਾਡਾ ਬਾਈ। ਆਹ ਹਸ਼ਰ ਹੋਣਾ ਚਿੱਟੇ ਦਾ। ਆਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਆ ਰਾਜਕੁਮਾਰ ਕੰਬਲ ਦੇ ਵਿੱਚ ਪਿਆ, ਦਿਖਦਾ ਵੀ ਨਹੀਂ, ਪਤਾ ਹੀ ਨਹੀਂ ਲੱਗਦਾ ਵੀ ਇੱਥੇ ਬੰਦਾ ਪਿਆ, ਕੰਬਲ ਪਿਆ ਵਾ। ਤੇ ਅੱਜ ਇਹ ਚਿਹਰਾ ਵੀ ਆਪਣਾ ਲੁਕਾਉਣਾ ਚਾਹੁੰਦਾ। ਅੱਜ ਉਹ ਅੱਖਾਂ 'ਚ ਅੱਖਾਂ ਪਾ ਕੇ ਗੱਲ ਵੀ ਨਹੀਂ ਕਰ ਪਾ ਰਿਹਾ, ਤੇ ਘਰ ਦੀ ਹਰ ਚੀਜ਼ ਵੇਚਤੀ ਬਾਈ ਉਹਨੇ। ਬਸ ਹੁਣ ਤੁਹਾਡੀ ਦੁਆ ਦੀ, ਤੁਹਾਡੀ ਅਰਦਾਸ ਦੀ ਲੋੜ ਆ। ਜਿੰਨੀ ਵੀ ਉਹਦੀ ਸਵਾਸਾਂ ਦੀ ਪੂੰਜੀ ਬਚੀ ਆ, ਉਹ ਚੰਗੇ ਤਰੀਕੇ ਨਾਲ ਬਤੀਤ ਕਰ ਸਕੇ, ਤੰਦਰੁਸਤ ਹੋ ਕੇ, ਨਸ਼ੇ ਤੋਂ ਤੋਬਾ ਕਰਕੇ ਆਪਣੇ ਭਰਾਵਾਂ ਦੇ
ਘਰ ਦੇ ਵੇਚੇ ਹੋਏ ਉਸ ਸਮਾਨ ਦੀ ਭਰਪਾਈ ਕਰਾ ਸਕੇ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਘਰ ਨੂੰ ਦੁਬਾਰਾ ਖੜਾ ਕਰ ਸਕੇ। ਨਿੱਕੇ ਨਿੱਕੇ ਬੱਚਿਆਂ ਨੂੰ ਆ ਦੇਖੋ, ਆ ਹੈਰੀ ਆ ਭਤੀਜਾ ਵਾ, ਰਾਜਕੁਮਾਰ ਦਾ ਭਤੀਜਾ, ਪੈਰਾਂ ਦੇ ਵਿੱਚ ਚੱਪਲਾਂ, ਸਿਰ ਤੇ ਟੋਪੀ ਨਹੀਂ ਹੈਗੀ। ਤੁਹਾਡੇ ਘਰਾਂ ਦੇ ਵਿੱਚ ਹੀਟਰਾਂ ਤੇ ਰਜਾਈਆਂ 'ਚ ਪਏ ਬੱਚੇ ਦਸਤਾਨੇ ਪਾਏ ਆ, 4-4 ਜੈਕਟਾਂ ਪਾਈਆਂ। ਉਰੇ ਆ ਦੇਖੋ, ਆ ਪਿੱਛੇ ਠੰਡ ਦੇ ਵਿੱਚ ਕਿਵੇਂ ਕੁੰਗੜਿਆ ਹੋਇਆ ਆਉਂਦਾ। ਲਕਸ਼ਦੀਪ ਕੱਛਾਂ 'ਚ ਹੱਥ ਦੇ ਕੇ ਠੰਡ ਨੂੰ ਬਚਣ ਦੀ ਕੋਸ਼ਿਸ਼ ਕਰਦਾ। ਗਰਮੀਆਂ ਵਾਲੀ ਚੱਪਲ ਉਹ ਪਾਇਆ ਹੋਇਆ ਵਾ, ਅੱਧੀ ਪਿੱਛੇ ਦੂਜੀ ਆ, ਉਹ ਸਲੀਪਰ ਟਾਈਪ, ਬੂਟ ਨਹੀਂ ਹੈਗੇ। ਆਹ ਬੱਚੇ ਆ ਦੋਨੇ ਇਸ ਘਰ ਦੇ, ਆਉਣ ਵਾਲੀ ਪਨੀਰੀ ਆ ਸਾਡੀ ਇਸ ਘਰ ਦੀ। ਰਾਜਕੁਮਾਰ ਦੇ ਭਤੀਜੇ ਆ ਲਕਸ਼ਦੀਪ ਤੇ ਹੈਰੀ। ਬਸ ਇਹਨਾਂ ਦੇ ਚਿਹਰੇ ਵੱਲ ਦੇਖ ਕੇ ਸਾਡੇ ਲੀਡਰ ਆਪਣੇ ਆਪ ਨੂੰ ਸਵਾਲ ਪੁੱਛਣ ਵੀ ਉਹ ਪੰਜਾਬ ਦੇ ਲਈ ਕੀ ਕਰ ਰਹੇ ਆ। ਆ ਲਕਸ਼ਦੀਪ ਤੇ ਹੈਰੀ ਦੇ ਲਈ ਉਹ ਕੀ ਕਰ ਰਹੇ ਆ। ਜਿਹੜੀਆਂ ਹੁਣ ਵੋਟਾਂ ਪੈ ਰਹੀਆਂ, 3 ਭਲਵਾਨ ਆ, 4 ਭਲਵਾਨ ਆ, ਉਹਨਾਂ ਚੋਂ ਇੱਕ ਨੇ ਜਿੱਤਣਾ ਹੀ ਜਿੱਤਣਾ। ਉਹ ਜਿੱਤ ਕੇ ਕੀ ਕਰਨਗੇ, ਇਹ ਆਪਣੇ ਆਪ ਨੂੰ ਸਵਾਲ ਪੁੱਛਿਓ। ਆ ਮਾਸੂਮ ਚਿਹਰੇ ਗੱਡੀ ਵੱਲ ਨੂੰ ਦੇਖਦੇ ਆ ਵੀ ਚਾਚਾ ਕਿੱਥੇ ਚੱਲਿਆ। ਆ ਮਾਸੂਮ ਅੱਖਾਂ ਤੁਹਾਡੇ ਵੱਲ ਨੂੰ ਦੇਖ ਰਹੀਆਂ ਵੀ ਤੁਸੀਂ ਕੀ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲਿਏ ਜੀ ਰਾਜਕੁਮਾਰ ਜੀ, ਇਹਦਾ ਭਰਾ ਆ ਗਿਆ ਜੀ ਵੀਰੇ, ਬੋਵੀ ਵੀਰੇ ਕਰਿਓ ਪਤਾ। ਚੱਲੀਏ ਫਿਰ ਹੈਂ? ਹਾਂ, ਬੰਦਾ ਨਾਲ ਲੈ ਕੇ ਚੱਲਾਂਗੇ। ਹਜੇ ਵੀ ਉਹ ਬੰਦੇ ਨੂੰ ਇਸ ਗੱਲ ਤੇ ਸ਼ੰਕਾ ਵੀ ਪਤਾ ਨਹੀਂ ਮੈਨੂੰ ਕਿੱਥੇ ਲੈ ਚੱਲਿਆ, ਖਨੀ ਮੇਰੇ ਗੁਰਦੇ ਹੀ ਨਾ ਵੇਚ ਦੇਣ ਕੱਢ ਕੇ। ਫਿਰ ਤੈਨੂੰ ਘਬਰਾਉਣ ਦੀ ਕੀ ਲੋੜ ਆ।